Hello, dear aspirants. I welcome you all in this beautiful platform of Varna Academy. So, as you all know, ਆਪਣੇ ਇਸ ਪਲੇਟਫਾਰਮ ਦੇ ਉੱਤੇ ਤੁਹਾਡੇ ਲਈ ਹੈ ਜਿਹੜਾ ਫ੍ਰੀ ਆਫ ਕਾਸਟ ਮਟੀਰੀਅਲ ਜੋ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਤਾਂ ਜੋ ਤੁਸੀਂ ਆਪਣੀ ਪ੍ਰੈਪਰੇਸ਼ਨ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਕਰ ਸਕੋ। ਫਿਰ ਚਾਹੇ ਤੁਸੀਂ ਕਿਸੇ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਮਤਲਬ ਕਿ ਤੁਹਾਡਾ ਕੋਈ ਪੰਜਾਬ ਲੈਵਲ ਦਾ ਐਗਜ਼ਾਮ ਹੋਵੇ ਜਾਂ ਫਿਰ ਸੈਂਟਰ ਲੈਵਲ ਦਾ ਐਗਜ਼ਾਮ ਹੋਵੇ, ਉਹਦੇ ਵਿੱਚ ਤੁਹਾਡਾ ਜਿਹੜਾ ਵੀ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਉਹ ਬੈਨੀਫੀਸ਼ੀਅਲ ਹੋ ਸਕਦਾ ਹੈ। ਤਾਂ ਤੁਸੀਂ ਇਹ ਜਿਹੜਾ ਕਲਾਸਿਸ ਨੂੰ ਰੈਗੂਲਰ ਅਟੈਂਡ ਕਰਦੇ ਰਹਿਣਾ ਹੈ। ਹਾਂਜੀ, ਤਾਂ ਅੱਜ ਦੀ ਕਲਾਸ ਹੈ ਜਿਹੜੀ ਤੁਹਾਨੂੰ ਪਹਿਲਾਂ ਪਤਾ ਹੀ ਹੋਣਾ ਕਿ ਆਪਾਂ ਜਿਹੜਾ ਪਿਛਲੀ ਕਲਾਸ ਦੇ ਵਿੱਚ ਕੁਝ ਕਨਸੈਪਟ ਹੈ ਜਿਹੜੇ ਉਹ ਡਿਸਕਸ ਕੀਤੇ ਸੀ। ਵਰਕ ਨਾਲ ਰਿਲੇਟਡ ਜਿਹੜੀਆਂ ਕਲਾਸਿਸ ਸੀ ਆਪਣੀਆਂ ਕੰਪਲੀਟ ਹੋ ਗਈਆਂ। ਅੱਜ ਜਿਹੜੀ ਤੁਹਾਡੀ ਐਡਵਰਬ ਦੀ ਪ੍ਰੈਕਟਿਸ ਕਲਾਸ ਹੈ ਜਿਹਦੀ ਇਨਫੋਰਮੇਸ਼ਨ ਤੁਹਾਨੂੰ ਲਾਸਟ ਕਲਾਸ ਦੇ ਵਿੱਚ ਪ੍ਰੋਵਾਈਡ ਕਰ ਦਿੱਤੀ ਗਈ ਸੀ ਤੇ ਆਪਾਂ ਤਿੰਨ ਕਲਾਸਾਂ ਜਿਹੜੀਆਂ ਐਡਵਰਬ ਦੀਆਂ ਪਿੱਛੇ ਕੀਤੀਆਂ ਜਿਹਦੇ ਵਿੱਚ ਆਪਾਂ ਕਨਸੈਪਟ ਡਿਸਕਸ ਕੀਤੇ ਆ। ਅੱਜ ਤੁਸੀਂ ਉਹਨਾਂ ਕਨਸੈਪਟ ਨੂੰ ਅਪਲਾਈ ਕਰਕੇ ਜਿਹੜੇ ਪ੍ਰੈਕਟਿਸ ਕੁਐਸਚਨ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਚੈੱਕ ਕਰਨਾ ਕਿ ਤੁਹਾਡਾ ਐਡਵਰਬ ਦਾ ਟੌਪਿਕ ਕਿੰਨਾ ਕਲੀਅਰ ਹੈ ਜਿਹੜਾ ਤੁਹਾਡਾ ਹੋਇਆ, ਜਾਂ ਫਿਰ ਤੁਹਾਨੂੰ ਦੁਬਾਰਾ ਤੋਂ ਇਹ ਜਿਹੜਾ ਕਲਾਸਿਸ ਨੂੰ ਅਟੈਂਡ ਕਰਨ ਦੀ ਲੋੜ ਹੈ, ਕਨਸੈਪਟ ਰਿਵਾਈਜ਼ ਕਰਨ ਦੀ ਲੋੜ ਹੈ। ਹਾਂਜੀ, ਤੇ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਟੈਲੀਗ੍ਰਾਮ ਗਰੁੱਪ ਬਾਰੇ ਦੱਸ ਦਿੱਤਾ ਜਾਵੇ। ਤੇ ਟੈਲੀਗ੍ਰਾਮ ਗਰੁੱਪ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਆਪਾਂ ਹਰ ਇੱਕ ਵੀਡੀਓ ਦੇ ਵਿੱਚ ਦੇਖਦੇ ਹੀ ਹਾਂ ਕਿ ਟੈਲੀਗ੍ਰਾਮ ਗਰੁੱਪ ਦਾ ਲਿੰਕ ਹੈ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦਾ ਹੈ, ਉੱਥੇ ਤੁਸੀਂ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਹੋ। ਸੈਕਿੰਡ ਇੰਪੋਰਟੈਂਟ ਥਿੰਗ, ਜੋ ਵੀ ਆਪਣੇ ਟੈਲੀਗ੍ਰਾਮ ਗਰੁੱਪ ਦੇ ਉੱਤੇ ਜਿਹੜੇ ਵੀ ਇੰਪੋਰਟੈਂਟ ਨੋਟੀਫਿਕੇਸ਼ਨ ਲੈ ਕੇ ਆਉਣੇ ਆ ਉਹਨਾਂ ਨੂੰ ਤੁਸੀਂ ਉੱਥੇ ਦੇਖ ਸਕਦੇ ਹੋ। ਐਂਡ ਸੈਕਿੰਡ ਇੰਪੋਰਟੈਂਟ ਮੋਸਟ ਇੰਪੋਰਟੈਂਟ ਥਿੰਗ ਇਜ਼ ਜਿਹੜੇ ਵੀ ਆਪਣੇ YouTube ਦੇ ਉੱਤੇ ਸੈਸ਼ਨ ਹੁੰਦੇ ਆ ਉਹਨਾਂ ਦੀ ਪੀਪੀਟੀ ਫਾਰਮ ਦੇ ਵਿੱਚ ਜਿਹੜੀ ਤੁਹਾਨੂੰ ਪੀਡੀਐਫ ਪ੍ਰੋਵਾਈਡ ਕਰਵਾਈ ਜਾਂਦੀ ਹੈ, ਉਹ ਜਿਹੜੀ ਹੈਗੀ ਆਪਣੀ ਟੈਲੀਗ੍ਰਾਮ ਗਰੁੱਪ ਦੇ ਉੱਤੇ ਹੀ ਪ੍ਰੋਵਾਈਡ ਕਰਾਈ ਜਾਂਦੀ ਹੈ। ਤੇ ਤੁਸੀਂ ਟੈਲੀਗ੍ਰਾਮ ਗਰੁੱਪ ਹੈ ਜਿਹੜਾ ਉਹ ਜੁਆਇਨ ਕਰ ਸਕਦੇ ਹੋ ਤੇ ਉਹ ਵਾਲੀ ਚੀਜ਼ ਦਾ ਵੀ ਬੈਨੀਫਿਟ ਹੈ ਜਿਹੜਾ ਉਹ ਲੈ ਸਕਦੇ ਹੋ। ਤੇ ਥਰਡ ਮੋਸਟ ਇੰਪੋਰਟੈਂਟ ਚੀਜ਼ ਹੈ ਜਿਹੜੀ ਤੁਹਾਡੇ ਕੋਲੇ ਉਹ ਹੈ ਕੁਇਜ਼ ਤੇ ਪੋਸਟ ਜੋ ਤੁਹਾਡੇ ਟੈਲੀਗ੍ਰਾਮ ਗਰੁੱਪ ਦੇ ਉੱਤੇ ਕੰਡਕਟ ਕਰਵਾਏ ਜਾਂਦੇ ਆ, ਸੋ ਦੈਟ ਜਿਹੜਾ ਆਪਣਾ ਪ੍ਰੈਪਰੇਸ਼ਨ ਹੈ ਉਹ ਚੰਗੇ ਤਰੀਕੇ ਨਾਲ ਕਰ ਸਕੋ। ਹੁਣ ਜਿਹੜੇ ਵੀ ਕੋਰਸ ਤੇ ਕੁਇਜ਼ ਸਟੂਡੈਂਟ ਲਗਾਉਂਦੇ ਹੋਣਗੇ ਉਹਨਾਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਉਹਨਾਂ ਦਾ ਲੈਵਲ ਹੈ ਜਿਹੜਾ ਉਹ ਕਿੱਥੇ ਕੀ ਰੱਖਿਆ ਜਾਂਦਾ ਹੈ, ਤਾਂ ਤੁਹਾਡੇ ਜਿਹੜੇ ਪੇਪਰ ਹੈ ਉਹਨਾਂ ਦੇ ਵਿੱਚੋਂ ਬਹੁਤ ਬੈਨੀਫਿਟ ਹੈ ਜਿਹੜਾ ਦੇ ਸਕਦੇ ਨੇ। ਹਾਂਜੀ, ਤਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਕਲਾਸ। ਪ੍ਰੈਕਟਿਸ ਕਲਾਸ ਹੈ ਐਡਵਰਬ ਦੇ ਕਨਸੈਪਟ ਆਪਾਂ ਪਿਛਲੇ ਕਲਾਸ ਦੇ ਵਿੱਚ ਡਿਸਕਸ ਕੀਤੇ ਹੈ। ਸੋ ਤੁਹਾਨੂੰ ਜਿਹੜਾ ਥੋੜਾ ਜਿਹਾ ਟਾਈਮ ਦਿੱਤਾ ਜਾਏਗਾ 10 to 15 ਸੈਕਿੰਡ, ਤਾਂ ਜੋ ਤੁਸੀਂ ਕੁਐਸਚਨ ਪੜ੍ਹ ਕੇ ਆਨਸਰ ਹੈ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰੋ ਤੇ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਆਨਸਰ ਕਲਾਸ ਦੇ ਵਿੱਚ ਦੱਸਿਆ ਜਾਏਗਾ। ਹਾਂਜੀ, ਤਾਂ ਸਟਾਰਟ ਕਰਦੇ ਹਾਂ ਕਲਾਸ। ਪ੍ਰੈਕਟਿਸ ਕਲਾਸ ਆਫ ਵਰਕ। ਬਹੁਤ ਫਰਸਟ ਕੁਐਸਚਨ ਹੈ ਜਿਹੜਾ ਤੁਹਾਡਾ ਸੈਂਟੈਂਸ ਦੇ ਉੱਪਰ ਤੁਹਾਨੂੰ ਸ਼ੋ ਹੋ ਰਿਹਾ ਹੈ। ਹਾਂਜੀ, ਤਾਂ ਪਹਿਲਾਂ ਤੁਸੀਂ ਰੀਡਿੰਗ ਲੈਣੀ ਹੈ, ਕੁਐਸਚਨ ਦੇਖਣਾ ਹੈ। ਸਾਰੇ ਦੇ ਸਾਰੇ ਜਿੰਨੇ ਵੀ ਕੁਐਸਚਨ ਤੁਹਾਨੂੰ ਕਲਾਸ ਦੇ ਵਿੱਚ ਹੋਣਗੇ ਉਹ ਸਾਰੇ ਸਪੌਟਿੰਗ ਐਰਰਸ ਪਲੱਸ ਐਰਰ ਨੂੰ ਡਿਟੈਕਟ ਕਰਕੇ ਤੁਸੀਂ ਉਹਨੂੰ ਐਰਰ ਨੂੰ ਕਰੈਕਟ ਕਰਨਾ ਹੈ। ਇਹ ਵਾਲਾ ਟੌਪਿਕ ਹੈ ਜਿਹੜਾ ਆਪਾਂ ਕਵਰ ਕਰਾਂਗੇ। ਤਾਂ ਹੁਣ ਤੁਸੀਂ ਫਰਸਟ ਕੁਐਸਚਨ ਸਕਰੀਨ ਦੇ ਉੱਤੇ ਦੇਖ ਰਹੇ ਹੋ। ਪਹਿਲਾ ਕੁਐਸਚਨ ਨੂੰ ਰੀਡ ਕਰੋਗੇ, ਦੈਨ ਹੈ ਜਿਹੜਾ ਤੁਸੀਂ ਆਨਸਰ ਮਾਰਕ ਕਰੋਗੇ। 10 to 15 ਸੈਕਿੰਡ ਦਾ ਟਾਈਮ ਤੁਹਾਨੂੰ ਹਰ ਇੱਕ ਕੁਐਸਚਨ ਦੇ ਲਈ ਦਿੱਤਾ ਜਾਏਗਾ ਤੇ ਤੁਸੀਂ ਇਹ ਜਿਹੜਾ ਉਹਦਾ ਆਨਸਰ ਮਾਰਕ ਕਰਨਾ ਹੈ। ਇਸ ਤੋਂ ਬਾਅਦ ਤੁਸੀਂ ਚੈੱਕ ਕਰਨਾ ਕਿ ਤੁਹਾਡਾ ਕਨਸੈਪਟ ਸੀ ਜਿਹੜਾ ਕੁਐਸਚਨ ਦੇ ਵਿੱਚ ਕੀ ਹੈ ਜਿਹੜਾ ਤੁਸੀਂ ਅਪਲਾਈ ਕਰ ਰਹੇ ਹੋ। ਹਾਂਜੀ, ਤਾਂ ਆਈ ਹੋਪ ਤੁਸੀਂ ਇਹ ਫਰਸਟ ਕੁਐਸਚਨ ਹੈ ਜਿਹੜਾ ਸੋਲਵ ਕਰ ਲਿਆ ਹੋਣਾ। ਤਾਂ ਹੁਣ ਕੀ ਐਰਰ ਹੈ ਇਹਦੇ ਵਿੱਚ? ਹੀ ਹੈਜ਼ ਮਚ ਟੂ ਵਰਕ ਟੂ ਡੂ। ਹੀ ਹੈਜ਼ ਮਚ ਟੂ ਵਰਕ ਟੂ ਡੂ। ਤਾਂ ਚਾਰ ਪਾਰਟ ਨੇ ਸੈਂਟੈਂਸ ਦੇ, A B C ਐਂਡ D। ਸਭ ਤੋਂ ਪਹਿਲਾਂ ਚੈੱਕ ਕਰਾਂਗੇ ਆਪਾਂ A B ਤੇ C ਪਾਰਟ, ਜੇ ਉਹਨਾਂ ਵਿੱਚ ਕੋਈ ਐਰਰ ਨਹੀਂ ਲੱਭੀ ਤਾਂ ਆਪਾਂ D ਪਾਰਟ ਹੈ ਜਿਹੜਾ ਉਹ ਟਿਕ ਕਰ ਦਾਂਗੇ, ਨੋ ਐਰਰ ਹੈ ਜਿਹੜਾ ਮਾਰਕ ਕਰਾਂਗੇ। ਹਾਂਜੀ, ਤਾਂ ਆਈ ਹੋਪ ਤੁਹਾਡਾ ਇਹਦਾ ਆਨਸਰ ਆ ਗਿਆ ਹੋਵੇਗਾ। ਤਾਂ ਆਨਸਰ ਕੀ ਇਹਦਾ B ਆਪਸ਼ਨ ਹੈ ਜਿਹੜੀ ਤੁਹਾਡੇ ਕੋਲੇ ਆਨਸਰ ਹੋਏਗਾ, ਬਿਕਾਜ਼ B ਹੈ ਜਿਹੜਾ ਤੁਹਾਡੇ ਕੋਲੇ ਰੋਂਗ ਯੂਜ਼ ਕੀਤਾ ਹੋਇਆ। ਆਪਾਂ ਕਨਸੈਪਟ ਕੀਤਾ ਲਾਸਟ ਕਲਾਸ ਦੇ ਵਿੱਚ much to ਦਾ ਯੂਜ਼ ਐਂਡ too much ਦਾ ਯੂਜ਼। much to ਐਂਡ too much ਦਾ ਯੂਜ਼ ਕੀਤਾ ਸੀ, ਜਿੱਥੇ ਤੁਹਾਨੂੰ ਦੱਸਿਆ ਗਿਆ ਸੀ ਕਿ ਜਿੱਥੇ ਵੀ much to ਵਰਡ ਯੂਜ਼ ਹੋਇਆ ਉਸ ਤੋਂ ਬਾਅਦ ਇੱਕ ਅਨਪਲੀਜ਼ੈਂਟ ਸਿਚੁਏਸ਼ਨ ਦਿੱਤੀ ਹੁੰਦੀ ਹੈ। ਅਨਪਲੀਜ਼ੈਂਟ ਸਿਚੁਏਸ਼ਨ ਹੈ ਜਿਹੜੀ ਉਹ ਕ੍ਰੀਏਟ ਕੀਤੀ ਹੁੰਦੀ। ਫॉर एग्जांपल ਜਿਵੇਂ ਆਪਾਂ ਪੇਨਫੁਲ ਵਰਡ ਯੂਜ਼ ਕੀਤਾ ਹੈ ਨਾ, ਤਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਕਿ ਅਨਪਲੀਜ਼ੈਂਟ ਹੈ, ਜਾਂ ਸਿੰਪਲ ਤੁਸੀਂ ਕਹਿ ਸਕਦੇ ਹੋ ਕੋਈ ਐਡਜੈਕਟਿਵ ਜਾਂ ਫਿਰ ਐਡਵਰਬ ਵਰਡ ਦਾ ਯੂਜ਼ ਕੀਤਾ ਹੁੰਦਾ ਹੈ। ਜੇ ਤੁਹਾਡੇ ਕੋਲੇ ਵਰਡ ਆ ਗਿਆ ਮਚ ਟੂ ਫਰੇਜ਼ ਯੂਜ਼ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਵਾਲਾ ਵਰਡ ਅਨਪਲੀਜ਼ੈਂਟ ਹੋਏਗਾ ਜਾਂ ਫਿਰ ਤੁਹਾਡੇ ਕੋਲੇ ਐਡਜੈਕਟਿਵ ਜਾਂ ਐਡਵਰਬ ਕੈਟਾਗਰੀ ਦਾ ਹੋਏਗਾ। ਸੈਕਿੰਡ ਆਪਣੇ ਕੋਲੇ ਸਟਰਕਚਰ ਸੀ ਕਿ ਜਿੱਥੇ ਟੂ ਮਚ ਵਰਡ ਯੂਜ਼ ਹੋ ਗਿਆ ਤਾਂ ਟੂ ਮਚ ਤੋਂ ਬਾਅਦ ਤੁਹਾਡੇ ਕੋਲੇ ਕੀ ਯੂਜ਼ ਹੁੰਦਾ ਹੈ, ਨਾਉਨ ਵਰਡ ਯੂਜ਼ ਹੁੰਦਾ ਹੈ। ਨਾਉਨ ਹੈ ਜਿਹੜਾ ਤੁਸੀਂ ਯੂਜ਼ ਕਰਦੇ ਹੋ। ਹੁਣ ਇੱਥੇ ਤੁਸੀਂ ਕੁਐਸਚਨ ਚੈੱਕ ਕਰੋਗੇ, ਹੀ ਹੈਜ਼ ਮਚ ਟੂ ਵਰਕ ਟੂ ਡੂ। ਤਾਂ ਹੁਣ ਆਪਾਂ ਮਚ ਟੂ ਦਾ ਯੂਜ਼ ਕੀਤਾ, ਕਿਹਦੇ ਵਾਸਤੇ ਯੂਜ਼ ਕੀਤਾ ਕਿ ਇਸ ਤੋਂ ਬਾਅਦ ਕੋਈ ਅਨਪ੍ਰੈਜ਼ੈਂਟ ਸਿਚੁਏਸ਼ਨ ਦਿੱਤੀ ਹੋਈ ਹੈ? ਨਹੀਂ ਜੀ, ਇੱਥੇ ਤਾਂ ਵਰਕ ਵਰਡ ਯੂਜ਼ ਕੀਤਾ ਹੋਇਆ। ਵਰਕ ਕੀ ਹੈ? ਇੱਕ ਨਾਉਨ ਹੈ। ਹੁਣ ਕਿਹੜਾ ਨਾਉਨ ਹੈ? ਆਪਾਂ ਨਾਉਨ ਦੇ ਵਿੱਚ ਜਿਹੜਾ ਹੈਗਾ ਇਹ ਟੌਪਿਕ ਕਰਕੇ ਆਏ ਕਿ ਵਰਕ ਨੂੰ ਆਪਾਂ ਅਨਕਾਊਂਟੇਬਲ ਨਾਉਨ ਦੀ ਕੈਟਾਗਰੀ ਦੇ ਵਿੱਚ ਕਾਊਂਟ ਕਰਦੇ ਹਾਂ। ਅਨਕਾਊਂਟੇਬਲ ਨਾਮ ਦੀ ਕੈਟਾਗਰੀ ਦੇ ਵਿੱਚ ਕੰਮ ਹੈ ਜਿਹੜਾ ਵਰਕ ਹੈ ਉਹ ਰੱਖਿਆ ਜਾਂਦਾ ਹੈ। ਹਾਂ, ਵਰਕਸ ਵਰਡ ਵੀ ਹੁੰਦਾ ਹੈ, ਉਹ ਤੁਹਾਡੇ ਕੋਲੇ ਲਿਟਰੇਰੀ ਵਰਕ ਵਾਲੇ ਕੰਮ ਦੇ ਵਿੱਚ ਤੁਹਾਡੇ ਕੋਲੇ ਵਰਕਸ ਵਰਡ ਤੁਸੀਂ ਯੂਜ਼ ਕਰ ਰਹੇ ਹੋ। ਅਦਰਵਾਈਜ਼ ਵਰਕ ਹੈ ਜਿਹੜਾ ਤੁਹਾਡੇ ਕੋਲੇ ਇੱਕ ਅਨਕਾਊਂਟੇਬਲ ਨਾਉਨ ਹੈ। ਹਾਂਜੀ, ਤਾਂ ਤੁਸੀਂ ਦੇਖੋਗੇ ਕਿ ਵਰਕ ਦੇ ਲਈ ਵਰਡ ਯੂਜ਼ ਕਰ ਰਹੇ ਹੋ ਤੁਸੀਂ ਮਚ ਟੂ ਦਾ। ਮਚ ਟੂ ਜੋ ਕਿ ਰੋਂਗ ਹੈ, ਤੁਸੀਂ ਯੂਜ਼ ਕਰਨਾ ਸੀ ਇੱਥੇ ਟੂ ਮਚ ਦਾ।
टू मच का यूज होना सी, फ्रेज है जी थोड़े को रॉन्ग यूज की हुई है, टू मच सही है, मच टू थोड़े को अनप्लीजेंट सिचुएशन के लिए यूज की जाती है। आई होप ਤੁਹਾਡਾ आंसर है ਜਿਹੜਾ माफ हो गया होएगा, प्लस ਤੁਸੀਂ ਇਹ ਜਿਹੜਾ ਕੰਸੈਪਟ ਚੰਗੇ ਤਰੀਕੇ ਨਾਲ ਇੱਥੇ ਅਪਲਾਈ ਕੀਤਾ ਹੋਏ। ਹਾਂਜੀ, ਤਾਂ ਸੈਕੰਡ ਕੁਐਸਚਨ ਜਿਹੜਾ ਤੁਸੀਂ ਸੋਲਵ ਕਰਨਾ ਹੈ, ਦੇਖੋ ਜੀ ਸਕਰੀਨ ਦੇ ਤੇ ਤੁਹਾਨੂੰ ਕੁਐਸਚਨ ਸ਼ੋ ਹੋ ਰਿਹਾ ਹੈ। You should study regular to get a good score in your final exams। ਤਾਂ ਅਗੇਨ ਤੁਹਾਡੇ ਕੋਲੇ ਸੈਂਟੈਂਸ ਦੇ 4 ਪਾਰਟਸ ਨੇ। ਸਭ ਤੋਂ ਪਹਿਲਾਂ ਤੁਸੀਂ ਐਰਰ ਡਿਟੈਕਟ ਕਰਨੀ ਹੈ, ਦੈਨ ਯੂ ਹੈਵ ਟੂ ਕਰੈਕਟ ਦੈਟ ਪਾਰਟਿਕੂਲਰ ਐਰਰ। ਸਭ ਤੋਂ ਪਹਿਲਾਂ ਚੈੱਕ ਕਰੋ ਜੀ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਆਂਸਰ ਤੁਹਾਡਾ ਹੈਗਾ ਬੀ ਆਪਸ਼ਨ। ਤਾਂ ਬੀ ਆਪਸ਼ਨ ਜਿਹੜੀ ਤੁਹਾਡੇ ਕੋਲੇ ਰੋਂਗ ਹੈ, ਬੀ ਜਿਹੜਾ ਹੈਗਾ ਰੋਂਗ ਯੂਜ਼ ਕੀਤਾ ਹੋਇਆ। ਤਾਂ ਕੀ ਚੀਜ਼ ਰੋਂਗ ਹੈ ਇੱਥੇ, ਤਾਂ ਕਿਹੜਾ ਵਰਡ ਹੈ ਜਿਹੜਾ ਤੁਹਾਡੇ ਕੋਲੇ ਰੋਂਗ ਯੂਜ਼ ਕੀਤਾ। ਤਾਂ ਤੁਸੀਂ ਇੱਕ ਚੀਜ਼ ਨੋਟ ਕਰੋਗੇ ਕਿ ਜਿਹੜਾ ਰੈਗੂਲਰ ਵਰਡ, ਰੈਗੂਲਰ, ਰੈਗੂਲਰ ਕੀ ਹੈ, ਇੱਕ ਐਡਜੈਕਟਿਵ ਹੈ। ਰੈਗੂਲਰ ਕੀ ਹੈ, ਇੱਕ ਐਡਜੈਕਟਿਵ ਹੈ। ਤੇ ਤੁਹਾਨੂੰ ਕਨਸੈਪਟ ਕਰਾਇਆ ਕਿ ਜੇ ਤੁਸੀਂ ਐਡਵਰਬ ਫਾਰਮ ਦੇ ਲਈ ਵਰਡ ਯੂਜ਼ ਕਰ ਰਹੇ ਹੋ ਤਾਂ ਤੁਸੀਂ ਐਡਜੈਕਟਿਵ ਦੇ ਨਾਲ ਕੀ ਯੂਜ਼ ਕਰ ਲੈਂਦੇ ਹੋ, ਐਲ ਵਾਈ ਦਾ ਯੂਜ਼ ਕਰ ਲੈਂਦੇ ਹੋ, ਤਾਂ ਉਹ ਕੀ ਬਣ ਜਾਂਦਾ ਤੁਹਾਡੇ ਕੋਲੇ ਐਡਵਰਬ ਬਣ ਜਾਂਦਾ। ਹੁਣ ਇੱਥੇ ਤੁਸੀਂ ਯੂਜ਼ ਕੀਤਾ ਵਰਡ ਰੈਗੂਲਰ, ਹੁਣ ਇਹ ਨਾउन ਨੂੰ ਤਾਂ ਡਿਸਕ੍ਰਾਈਬ ਨਹੀਂ ਕਰ ਰਿਹਾ, ਇਹ ਡਿਸਕ੍ਰਾਈਬ ਕਰ ਰਿਹਾ ਵਰਡ ਸਟੱਡੀ ਨੂੰ। ਸਟੱਡੀ ਕੀ ਇੱਥੇ verb ਹੈ, ਤੇ verb ਨੂੰ ਡਿਸਕ੍ਰਾਈਬ ਕਰਨ ਵਾਲੇ ਵਰਡ ਆ ਜਿਹੜੇ ਤੁਹਾਡੇ ਕੋਲੇ ਐਡਵਰਬ ਹੁੰਦੇ ਆ। ਰੈਗੂਲਰ ਦਾ ਯੂਜ਼ ਨਾ ਕਰਕੇ ਤੁਸੀਂ ਰੈਗੂਲਰਲੀ ਦਾ ਯੂਜ਼ ਹੈ ਜਿਹੜਾ ਇੱਥੇ ਕਰੋਗੇ। ਹੁਣ ਜੇ ਐਡਜੈਕਟਿਵ ਫਾਰਮ ਦੇ ਲਈ ਤੁਹਾਡੇ ਕੋਲ ਰੈਗੂਲਰ ਵਰਡ ਹੁੰਦਾ ਤਾਂ ਤੁਸੀਂ ਕਿਸ ਤਰੀਕੇ ਨਾਲ ਯੂਜ਼ ਕਰਨਾ ਸੀ, ਤਾਂ ਤੁਸੀਂ ਕਹਿ ਸਕਦੇ ਸੀ ਜਿਵੇਂ ਰੈਗੂਲਰ ਡੇਜ਼ ਹੁੰਦਾ, ਰੈਗੂਲਰ ਡੇਜ਼ ਆਪਾਂ ਯੂਜ਼ ਕਰ ਲੈਂਦੇ ਹਾਂ। ਇੱਥੇ ਡੇਜ਼ ਕੀ ਇੱਕ ਨਾउन ਹੈ, ਤੇ ਨਾउन ਨੂੰ ਡਿਸਕ੍ਰਾਈਬ ਕਰਨ ਵਾਲੇ ਵਰਡ ਕਿਹੜੇ ਹੁੰਦੇ ਆ ਤੁਹਾਡੇ ਕੋਲ, ਐਡਜੈਕਟਿਵ ਹੁੰਦੇ ਆ। ਸੋ ਰੈਗੂਲਰ ਐਡਜੈਕਟਿਵ ਹੈ ਤੇ ਨਾउन ਨੂੰ ਡਿਸਕ੍ਰਾਈਬ ਕਰ ਰਿਹਾ ਹੈ, ਡੇਜ਼ ਨੂੰ ਡਿਸਕ੍ਰਾਈਬ ਕਰ ਰਿਹਾ ਹੈ। ਬਟ ਇੱਥੇ ਤੁਸੀਂ ਸੈਂਟੈਂਸ ਚੈੱਕ ਕਰੋਗੇ ਕਿ ਸਟੱਡੀ ਜਿਹੜਾ ਸਟੱਡੀ ਨੂੰ ਡਿਸਕ੍ਰਾਈਬ ਕਰਨ ਵਾਲਾ ਵਰਡ ਹੈ ਤੁਹਾਡੇ ਕੋਲ ਰੈਗੂਲਰ। ਸੋ ਤੁਸੀਂ ਰੈਗੂਲਰ ਦਾ ਯੂਜ਼ ਨਾ ਕਰਕੇ ਰੈਗੂਲਰਲੀ ਦਾ ਯੂਜ਼ ਕਰੋਗੇ, ਬਿਕੋਜ਼ ਆਪਾਂ ਨੂੰ ਐਡਵਰਬ ਚਾਹੀਦੀ ਹੈ, ਇੱਥੇ ਐਡਜੈਕਟਿਵ ਦੀ ਲੋੜ ਨਹੀਂ ਹੈ। ਸੋ ਐਡਵਰਬ ਯੂਜ਼ ਕਰੋਗੇ ਜੇ ਤੁਸੀਂ ਰੈਗੂਲਰਲੀ ਹੈ ਜਿਹੜਾ ਇੱਥੇ ਯੂਜ਼ ਕਰਨਾ ਹੈ, ਰੈਗੂਲਰ ਦਾ ਯੂਜ਼ ਨਹੀਂ ਹੋਏਗਾ। ਆਈ ਹੋਪ ਤੁਹਾਡਾ ਕਨਸੈਪਟ ਕਲੀਅਰ ਹੋਇਆ ਹੋਵੇਗਾ। ਸੈਕੰਡ ਕੁਐਸਚਨ ਤੁਸੀਂ ਇਸ ਤਰੀਕੇ ਨਾਲ ਸੋਲਵ ਕਰਨਾ ਸੀ। नेक्स्ट क्वेश्चन है ਤੁਹਾਡਾ थर्ड नंबर क्वेश्चन। अगेन यू हैव टू सॉल्व दिस क्वेश्चन। हाँ जी, तो क्वेश्चन की है दे गो यूजुअली टू तिरुपति एवरी ईयर ड्यूरिंग द वेकेशन। तो हम अपने को अगेन 4 पार्ट्स ने सेंटेंस से। फर्स्ट यू हैव टू चेक द एरर पार्ट एंड देन यू हैव टू करेक्ट दैट पर्टिकुलर एरर क्वेश्चन। सब तो पहले चेक करेंगे कि केड़े पार्ट में एरर है, फिर उस एरर ਨੂੰ ਆਪਾਂ ਕਰਾਂਗੇ करेक्ट ਕਰਨ। देखो जी, दे गो यूजुअली टू तिरुपति एवरी ईयर ड्यूरिंग द वेकेशन। ਤੁਹਾਡੇ ਕੋਲ ਕਿੱਥੇ ਐਰਰ ਹੈ, ਤਾਂ ਮੈਨੂੰ ਪਤਾ ਲੱਗ ਗਿਆ ਕਿ ਐਰਰ ਕਿੱਥੇ ਹੈ, ਇਹ ਪਾਰਟ ਦੇ ਵਿੱਚ ਹੈ। ਜਿਨ੍ਹਾਂ ਨੇ ਮਾਰਕ ਕੀਤਾ ਹੈ ਵੈਰੀ ਗੁੱਡ, ਤੁਸੀਂ ਜਿਹੜਾ ਕਨਸੈਪਟ ਚੰਗੇ ਤਰੀਕੇ ਨਾਲ ਦੇਖ ਰਹੇ ਹੋ। ਹਾਂਜੀ, ਤਾਂ ਦੇਖੋ ਦੇ ਗੋ ਯੂਜ਼ੁਅਲੀ, ਤੇ ਯੂਜ਼ੁਅਲੀ ਵਰਡ ਤੁਹਾਡੇ ਕੋਲ ਕੀ ਹੈ, ਇਹ ਹੈਗਾ ਤੁਹਾਡੇ ਕੋਲ ਐਡਵਰਬ ਆਫ ਫ੍ਰੀਕੁਐਂਸੀ, ਐਡਵਰਬ ਆਫ ਫ੍ਰੀਕੁਐਂਸੀ। ਅਗੇਨ ਆਪਾਂ ਫਰਸਟ ਕਲਾਸ ਜਦੋਂ ਐਡਵਰਬ ਤੇ ਕੀਤੀ ਹੈ ਤਾਂ ਉੱਥੇ ਤੁਹਾਨੂੰ ਐਡਵਰਬ ਆਫ ਫ੍ਰੀਕੁਐਂਸੀ ਦਾ ਟੌਪਿਕ ਕਰਵਾਇਆ ਗਿਆ ਸੀ, ਜਿੱਥੇ ਦੱਸਿਆ ਗਿਆ ਸੀ ਕਿ ਐਡਵਰਬ ਆਫ ਫ੍ਰੀਕੁਐਂਸੀ ਹੈ ਜਿਹੜੇ ਦੋ ਟਾਈਪ ਦੇ ਹੁੰਦੇ ਹਨ, ਇਨਡੈਫੀਨਿਟ ਤੇ ਡੈਫੀਨਿਟ, ਇਨਡੈਫੀਨਿਟ ਐਂਡ ਡੈਫੀਨਿਟ। ਦੋ ਟਾਈਪ ਦੇ ਆਪਾਂ ਐਡਵਰਬ ਆਫ ਫ੍ਰੀਕੁਐਂਸੀ ਸੀ ਜਿਹੜੇ ਡਿਸਕਸ ਕੀਤੇ ਸੀ, ਜਿੱਥੇ ਤੁਹਾਨੂੰ ਦੱਸਿਆ ਗਿਆ ਸੀ ਜਿਵੇਂ ਯੂਜ਼ੁਅਲੀ, ਨਾਰਮਲੀ, ਓਫਨ, ਤੇ ਇਹ ਤੁਹਾਡੇ ਕੋਲ ਕੀ ਆ ਜਾਂਦੇ ਆ ਐਡਵਰਬ ਆਫ ਫ੍ਰੀਕੁਐਂਸੀ ਇਨਡੈਫੀਨਿਟ ਕੈਟਾਗਰੀ ਦੇ ਵਿੱਚ ਕਾਊਂਟ ਕੀਤੇ ਜਾਂਦੇ ਆ। ਤੇ ਇਨਡੈਫੀਨਿਟ ਐਡਵਰਬ ਆਫ ਫ੍ਰੀਕੁਐਂਸੀ ਨੂੰ ਕਿੱਥੇ ਰੱਖਿਆ ਜਾਂਦਾ ਹੈ, ਇਹਨਾਂ ਦੀ ਪੋਜੀਸ਼ਨ ਹੁੰਦੀ ਹੈ ਜੀ ਬਿਫੋਰ ਮੇਨ ਵਰਬ। ਮੇਨ ਵਰਬ ਤੋਂ ਪਹਿਲਾਂ ਜਿਹੜਾ ਇਹਨਾਂ ਨੂੰ ਪਲੇਸ ਕੀਤਾ ਜਾਂਦਾ ਹੈ। ਤੇ ਜਿਨ੍ਹਾਂ ਨੇ ਕਨਸੈਪਟ ਕਲੀਅਰ ਨੇ, ਮਤਲਬ ਜਿਨ੍ਹਾਂ ਨੇ ਪਿਛਲੇ ਕਲਾਸਿਸ ਅਟੈਂਡ ਕੀਤੀਆਂ ਨੇ, ਉਹਨਾਂ ਵਾਸਤੇ ਕੁਐਸਚਨ ਹੈ ਜਿਹੜੇ ਨਿਊ ਨਹੀਂ ਹੈ, ਤਾਂ ਉਹ ਹੈ ਜਿਹੜੇ ਕੁਐਸਚਨ ਈਜ਼ੀਲੀ ਸੋਲਵ ਕਰ ਸਕਦੇ ਆ। ਹਾਂਜੀ, ਤੇ ਕਨਸੈਪਟ ਆਪਾਂ ਉਹੀ ਅਪਲਾਈ ਕਰ ਰਹੇ ਹਾਂ। ਅਗੇਨ ਯੂਜ਼ੁਅਲੀ ਵਰਡ ਹੈ, ਐਡਵਰਬ ਆਫ ਫ੍ਰੀਕੁਐਂਸੀ ਹੈ, ਮੇਨ ਵਰਬ ਕੀ ਹੈ ਤੁਹਾਡੇ ਕੋਲੇ ਗੋ, ਗੋ ਮੇਨ ਵਰਬ ਹੈ, ਤੇ ਯੂਜ਼ੁਅਲੀ ਨੂੰ ਤੁਸੀਂ ਮੇਨ ਵਰਬ ਤੋਂ ਪਹਿਲਾਂ ਪਲੇਸ ਕਰਨਾ ਸੀ। ਇੱਥੇ ਜਿਹੜਾ ਤੁਹਾਡਾ ਵਰਡ ਯੂਜ਼ ਹੋਣਾ ਚਾਹੀਦਾ ਸੀ, ਤੁਸੀਂ ਯੂਜ਼ ਕਰਨਾ ਸੀ ਫਰੇਜ਼ ਦੇ ਯੂਜ਼ੁਅਲੀ ਗੋ, ਦੇ ਯੂਜ਼ੁਅਲੀ ਗੋ। ਤਾਂ ਇਹ ਪਾਰਟ ਵਿੱਚ ਤੁਹਾਡੀ ਐਰਰ ਸੀ। ਆਈ ਹੋਪ ਤੁਹਾਡਾ ਕਨਸੈਪਟ ਕਲੀਅਰ ਹੋਏਗਾ। ਹਾਂਜੀ, ਤੇ ਚੈੱਕ ਕਰ ਲਓ ਦੇ ਯੂਜ਼ੁਅਲੀ ਗੋ। ਅੱਗੇ ਤੁਸੀਂ ਅਗੇਨ ਸੈਕੰਡ ਪਾਰਟ ਜਿਵੇਂ ਦਿੱਤਾ ਹੋਇਆ ਟੂ ਤਿਰੂਪਤੀ ਐਵਰੀ ਈਅਰ ਡਿਊਰਿੰਗ ਦਾ ਵਕੇਸ਼ਨ, ਇਸ ਤਰੀਕੇ ਨਾਲ ਸੈਂਟੈਂਸ ਨੂੰ ਬਣਾਉਣਾ ਸੀ। ਸੋ ਫਰੇਜ਼ ਹੈ ਜਿਹੜੀ ਤੁਹਾਡੀ ਇਸ ਤਰੀਕੇ ਨਾਲ ਸਹੀ ਹੋਏਗੀ, ਯੂਜ਼ੁਅਲੀ ਵਰਡ ਹੈ ਜਿਹੜਾ ਗੋ ਮੇਨ ਵਰਬ ਤੋਂ ਪਹਿਲਾਂ ਯੂਜ਼ ਤੁਸੀਂ ਕਰੋਗੇ। ਆਈ ਹੋਪ ਕਲੀਅਰ ਹੈ। ਹਾਂਜੀ, ਤਾਂ 4 ਨੰਬਰ ਕੁਐਸਚਨ ਅਗੇਨ ਜੋ ਤੁਸੀਂ ਸੋਲਵ ਕਰਨਾ ਹੈ, ਦੇਖੋ ਜੀ। Never I have seen such a town. Never I have seen such a town. Again check करोगे ਕਿਹੜੇ part ਦੇ ਵਿੱਚ error ਹੈ, then you have to correct that particular part। and देखो जी, तो अपने को की है sentence start हो रहे हैं never ਦੇ ਨਾਲ। never ਕੀ ਹੈ, ਇੱਕ adverb ਹੈ,
एडवर्ब है, एडवर्ब ऑफ निगेशन ਦੇ ਵਿੱਚ ਆਪਾਂ ਕੀਤਾ ਸੀ ਕਿ ਨੈਵਰ ਕੀ ਹੈ ਇੱਕ ਐਡਵਰਬ ਹੈ, ਐਡਵਰਬ ਆਫ ਨਿਗੇਸ਼ਨ ਕੈਟਾਗਰੀ ਦੇ ਵਿੱਚ ਇਹਨੂੰ ਰੱਖਿਆ ਜਾਂਦਾ ਹੈ। ਤੇ ਤੁਹਾਨੂੰ ਕਨਸੈਪਟ ਜਿਹੜਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਕਿ ਜੇ ਕੋਈ ਸੈਂਟੈਂਸ ਐਡਵਰਬ ਦੇ ਨਾਲ ਸਟਾਰਟ ਹੋ ਰਿਹਾ ਤਾਂ ਉੱਥੇ ਕੀ ਲੱਗ ਜਾਂਦੀ ਹੈ ਜੀ ਇਨਵਰਜ਼ਨ ਹੈ ਜਿਹੜੀ ਅਪਲਾਈ ਹੁੰਦੀ ਹੈ। ਹੁਣ ਇਨਵਰਜ਼ਨ ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਦੱਸੀ ਗਈ ਹੈ ਕਿ ਕੀ ਹੁੰਦੀ ਹੈ ਇਨਵਰਜ਼ਨ, ਜਿਵੇਂ ਤੁਸੀਂ ਇੰਟਰੋਗੇਟਿਵ ਸੈਂਟੈਂਸ ਬਣਾਉਂਦੇ ਟਾਈਮ ਹੈਲਪਿੰਗ ਵਰਬ ਨੂੰ ਸਬਜੈਕਟ ਤੋਂ ਪਹਿਲਾਂ ਲੈ ਕੇ ਆਉਣੇ ਹੋ। ਸਿਮਿਲਰਲੀ ਇਨਵਰਜ਼ਨ ਦੇ ਵਿੱਚ ਵੀ ਤੁਹਾਡੇ ਕੋਲੇ ਹੈਲਪਿੰਗ ਵਰਬ ਹੈ ਜਿਹੜੀ ਉਹ ਵੀ ਆਪਣੇ ਕੋਲੇ ਮੇਨ ਸਬਜੈਕਟ ਹੁੰਦਾ ਜਿਹੜਾ ਉਹ ਤੋਂ ਪਹਿਲਾਂ ਯੂਜ਼ ਕੀਤੀ ਜਾਂਦੀ ਹੈ। ਦੇਖੋ ਜਿਵੇਂ ਹੁਣ ਇੱਥੇ ਆਪਣੇ ਕੋਲੇ ਕੀ ਹੈ ਨੈਵਰ I have seen such a Tom। I ਸਬਜੈਕਟ ਹੈ, have ਤੁਹਾਡੇ ਕੋਲੇ ਕੀ ਹੈ ਹੈਲਪਿੰਗ ਵਰਬ ਹੈ, ਸੀਨ ਤੁਹਾਡੀ ਮੇਨ ਵਰਬ ਹੈ। ਤੇ ਤੁਹਾਨੂੰ ਕੀ ਦੱਸਿਆ ਜਾ ਰਿਹਾ ਕਿ ਇਨਵਰਜ਼ਨ ਤੁਸੀਂ ਇੱਥੇ ਅਪਲਾਈ ਕਰੋਗੇ ਬਿਕਾਜ਼ ਸੈਂਟੈਂਸ ਜਿਹੜਾ ਹੈਗਾ ਤੁਹਾਡੇ ਕੋਲ ਸਟਾਰਟ ਹੋ ਰਿਹਾ ਵਿਦ ਐਡਵਰਬ। ਵਰਡ ਹੈ ਜਿਹੜਾ ਨੈਵਰ ਦੇ ਨਾਲ ਸੈਂਟੈਂਸ ਸਟਾਰਟ ਹੋ ਰਿਹਾ ਜੋ ਕਿ ਐਡਵਰਬ ਆਫ ਨਿਗੇਸ਼ਨ ਹੈ, ਤਾਂ ਤੁਸੀਂ ਕਰੋਗੇ ਇਨਵਰਜ਼ਨ। ਇਨਵਰਜ਼ਨ ਕਿਵੇਂ ਹੋਏਗੀ, ਹੈਲਪਿੰਗ ਵਰਬ ਹੈ ਜਿਹੜੀ ਸਬਜੈਕਟ ਤੋਂ ਪਹਿਲਾਂ ਯੂਜ਼ ਹੋਏਗੀ, ਤੁਸੀਂ ਯੂਜ਼ ਕਰੋਗੇ ਹੈਵ ਆਈ ਦਾ, ਆਈ ਹੈਵ ਦਾ ਯੂਜ਼ ਨਹੀਂ ਹੋਏਗਾ। ਬੀ ਪਾਰਟ ਦੇ ਵਿੱਚ ਐਰਰ। ਸੋ ਇਹ ਹੈ ਤੁਹਾਡਾ ਆਨਸਰ। ਫਰੇਜ਼ ਹੋਣੀ ਚਾਹੀਦੀ ਸੀ ਹੈਵ ਆਈ ਹੈਵ ਆ ਜਿਹੜੀ ਸਟਰੋਂਗ ਹੈ ਜੋ ਕਿ ਇੱਥੇ ਯੂਜ਼ ਕੀਤੀ ਹੋਈ ਹੈ। ਸੋ ਬੀ ਪਾਰਟ ਦੇ ਵਿੱਚ ਐਰਰ ਸੀ ਤੇ ਆਪਾਂ ਐਰਰ ਨੂੰ ਕਰੈਕਟ ਹੈ ਜਿਹੜਾ ਉਹ ਇਸ ਤਰੀਕੇ ਨਾਲ ਕਰਨਾ ਹੈ। ਨੈਕਸਟ ਕੁਐਸਚਨ ਹੈ ਜੀ ਜਿਹੜਾ ਤੁਹਾਡਾ ਸਕਰੀਨ ਦੇ ਉੱਤੇ ਤੁਹਾਨੂੰ ਸ਼ੋ ਹੋ ਰਿਹਾ 5 ਨੰਬਰ ਕੁਐਸਚਨ ਸੋਲਵ ਕਰੋ। Raman is sure a great artist and no other artist is a match for her। ਹਾਂਜੀ, ਤਾਂ ਆਈ ਹੋਪ ਤੁਹਾਡਾ ਕੁਐਸਚਨ ਸੋਲਵ ਹੋ ਗਿਆ। ਤਾਂ ਦੇਖੋਗੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੁਹਾਡੇ ਕੋਲੇ ਇਹ ਪੋਰਸ਼ਨ ਦੇ ਵਿੱਚ, ਇਹ ਪਾਰਟ ਹੈ ਜਿਹੜਾ ਤੁਹਾਡਾ ਰੋਂਗ ਯੂਜ਼ ਕੀਤਾ ਹੋਇਆ ਹੈ। ਹੁਣ ਕੀ ਐਰਰ ਹੈ ਤੁਸੀਂ ਦੇਖੋ, ਰਮਨ ਇਜ਼ ਸ਼ੋਰ ਅ ਗ੍ਰੇਟ ਆਰਟਿਸਟ, ਆਪਾਂ ਸ਼ੋਰ ਵਰਡ ਕੀਤਾ ਹੈ। ਸ਼ੋਰ ਕਿੱਥੇ ਕੀਤਾ ਸੀ, ਕਿਹੜੀ ਐਡਵਰਬ ਹੈ ਇਹ ਆਪਾਂ ਕੁਆਲਿਟੀ ਸ਼ੋ ਕਰਨ ਵਾਸਤੇ ਯੂਜ਼ ਕੀਤੀ ਹੋਈ ਇੱਕ ਐਡਵਰਬ ਨਾਮ। ਸੈਕਿੰਡ ਚੀਜ਼ ਤੁਹਾਡੇ ਕੋਲ ਕਿਹਦੇ ਵਾਸਤੇ ਯੂਜ਼ ਕੀਤੀ ਜਾ ਰਹੀ ਹੈ ਇਹ ਗ੍ਰੇਟ ਨੂੰ ਡਿਸਕ੍ਰਾਈਬ ਕਰਨ ਵਾਸਤੇ, ਤੇ ਗ੍ਰੇਟ ਕੀ ਇੱਕ ਐਡਜੈਕਟਿਵ ਹੈ। ਸੋ ਐਡਜੈਕਟਿਵ ਨੂੰ ਕੁਆਲੀਫਾਈ ਕਰਨ ਵਾਲੇ, ਐਡਜੈਕਟਿਵ ਨੂੰ ਡਿਸਕ੍ਰਾਈਬ ਕਰਨ ਵਾਲੇ ਵਰਡ ਤੁਹਾਡੇ ਕੀ ਹੁੰਦੇ ਆ ਐਡਵਰਬ ਹੁੰਦੇ ਆ। ਸੋ ਤੁਸੀਂ ਸ਼ੋਰ ਵਰਡ ਆ ਜਿਹੜਾ ਐਡਜੈਕਟਿਵ ਹੁੰਦਾ ਹੈ ਤਾਂ ਸ਼ੋਰਲੀ ਦਾ ਯੂਜ਼ ਕਰੋਗੇ ਐਜ਼ ਐਨ ਐਡਵਰਬ। ਇਹ ਤੁਹਾਡਾ ਐਡਵਰਬ ਹੋਣਾ ਚਾਹੀਦਾ ਸੀ ਸ਼ੋਰਲੀ ਦਾ। ਰਮਨ ਇਜ਼ ਸ਼ੋਰਲੀ ਅ ਗ੍ਰੇਟ ਆਰਟਿਸਟ ਐਂਡ ਨੋ ਅਦਰ ਆਰਟਿਸਟ ਇਜ਼ ਅ ਮੈਚ ਫॉर ਹਰ। ਸੋ ਇਹ ਪੋਰਸ਼ਨ ਦੇ ਵਿੱਚ ਐਰਰ ਸੀ ਤੇ ਐਰਰ ਜਿਹੜੀ ਆਪਾਂ ਇਸ ਤਰੀਕੇ ਨਾਲ ਇਹਨੂੰ ਕਰੈਕਟ ਕਰਾਂਗੇ। ਤੁਹਾਡੇ ਕੋਲੇ ਸ਼ੋਰ ਵਰਡ ਯੂਜ਼ ਕੀਤਾ ਜਾ ਰਿਹਾ ਹੈ ਬਟ ਤੁਹਾਡੇ ਕੋਲੇ ਇਹ ਡਿਸਕ੍ਰਾਈਬ ਕਿਹਨੂੰ ਕਰ ਰਿਹਾ ਗ੍ਰੇਟ ਨੂੰ ਕਰ ਰਿਹਾ ਹੈ। ਤਾਂ ਗ੍ਰੇਟ ਕੀ ਹੈ ਐਡਜੈਕਟਿਵ ਹੈ, ਐਡਜੈਕਟਿਵ ਨੂੰ ਡਿਸਕ੍ਰਾਈਬ ਕਰਨ ਵਾਲਾ ਵਰਡ ਤੁਹਾਡਾ ਐਡਵਰਬ ਹੁੰਦਾ ਹੈ ਤੇ ਸ਼ੋਰ ਹੈ ਜਿਹੜਾ ਤੁਹਾਡਾ ਐਡਜੈਕਟਿਵ ਹੈ। ਐਡਜੈਕਟਿਵ ਦੇ ਨਾਲ ਆਪਾਂ ਐਡਵਾਈਸ ਫਿਕਸ ਦਾ ਯੂਜ਼ ਕਰਕੇ ਉਹਨੂੰ ਐਡਵਰਬ ਬਣਾ ਲੈਂਦੇ ਆ। ਤਾਂ ਤੁਸੀਂ ਸ਼ੋਰ ਵਰਡ ਦਾ ਯੂਜ਼ ਨਾ ਕਰਕੇ ਸ਼ੋਰਲੀ ਦਾ ਯੂਜ਼ ਕਰੋਗੇ। ਆਈ ਹੋਪ ਤੁਹਾਡਾ ਇਹ ਕੁਐਸਚਨ ਹੈ ਜਿਹੜਾ ਉਹ ਕਲੀਅਰ ਹੋ ਗਿਆ ਹੋਵੇਗਾ। ਇਹ ਆਪਸ਼ਨ ਸੀ ਜਿਹੜਾ ਤੁਹਾਡਾ ਆਨਸਰ ਸੀ, ਇਹ ਪਾਰਟ ਦੇ ਵਿੱਚ ਇੱਥੇ ਐਰਰ ਸੀ। ਨੈਕਸਟ ਕੁਐਸਚਨ ਹੈ ਜੀ ਤੁਹਾਡਾ 6 ਨੰਬਰ ਕੁਐਸਚਨ ਐਜ਼ ਯੂ ਕੈਨ ਸੀ ਔਨ ਦਾ ਸਕਰੀਨ। ਇਸ ਕੁਐਸਚਨ ਨੂੰ ਤੁਸੀਂ ਸੋਲਵ ਕਰਨਾ। ਦੇਖੋ ਜੀ ਕੁਐਸਚਨ ਸੋਲਵ ਕਰੋ ਦੈਨ ਆਪਾਂ ਡਿਸਕਸ ਕਰਦੇ ਹਾਂ ਦਾ ਆਨਸਰ। I am vastly excited and really looking forward to the trip। ਤੇ ਚੈੱਕ ਕਰੋ ਅਗੇਨ ਤੁਹਾਡੇ ਕੋਲੇ ਕਿੰਨੇ ਪਾਰਟ ਨੇ, 4 ਪਾਰਟ ਨੇ ਸੈਂਟੈਂਸ ਦੇ। ਐਰਰ ਕਰੈਕਟ ਕਰਨੀ ਹੈ, ਐਰਰ ਡਿਟੈਕਟ ਕਰਨੀ ਹੈ। ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹਾਂਜੀ ਤਾਂ ਆਨਸਰ ਮਾਰਕ ਕਰ ਲਿਆ ਹੋਣਾ ਤੁਸੀਂ। ਤਾਂ ਇਹ ਪਾਰਟ ਦੇ ਵਿੱਚ ਆਪਣੀ ਐਰਰ ਹੈ। ਤਾਂ ਕੀ ਐਰਰ ਹੈ, I am vastly excited and really looking forward to the trip। ਬਾਕੀ ਸੈਂਟੈਂਸ ਸਹੀ ਹੈ, ਇਹ ਪਾਰਟ ਦੇ ਵਿੱਚ ਐਰਰ ਹੈ। ਤੇ ਤੁਹਾਨੂੰ ਜਿਹੜਾ ਕਨਸੈਪਟ ਪਿੱਛੇ ਕਰਵਾਇਆ ਗਿਆ ਕਲਾਸਿਸ ਦੇ ਵਿੱਚ ਕਿ ਤੁਹਾਡੇ ਕੋਲੇ ਕੋਈ ਵੀ ਵਰਡ ਜਿਵੇਂ ਫਾਸਟ ਵਰਡ ਹੈ ਤਾਂ ਤੁਸੀਂ ਫਾਸਟ ਨੂੰ ਹੀ ਐਜ਼ ਐਨ ਐਡਵਰਬ ਯੂਜ਼ ਕਰਦੇ ਹੋ ਤੇ ਫਾਸਟ ਵਰਡ ਨੂੰ ਹੀ ਐਜ਼ ਐਨ ਐਡਜੈਕਟਿਵ ਵੀ ਯੂਜ਼ ਕਰ ਲਿਆ ਜਾ। ਐਡਵਰਬ ਦੇ ਵਿੱਚ ਵੀ ਫਾਸਟ ਹੀ ਯੂਜ਼ ਹੁੰਦਾ ਹੈ ਤੇ ਐਡਜੈਕਟਿਵ ਫਾਰਮ ਦੇ ਵਿੱਚ ਵੀ ਤੁਸੀਂ ਫਾਸਟ ਦਾ ਹੀ ਯੂਜ਼ ਕਰਦੇ ਹੋ। ਤਾਂ ਹੁਣ ਐਡਜੈਕਟਿਵ ਤੋਂ ਐਡਵਰਬ ਬਣਾਉਣ ਲਈ ਜਿਵੇਂ ਆਪਾਂ ਕਹਿੰਦੇ ਨਾ ਵੀ ਐਲ ਵਾਈ ਐਡ ਹੁੰਦੀ ਹੈ, ਫਾਸਟ ਵਰਡ ਦੇ ਵਿੱਚ ਤੁਸੀਂ ਐਲ ਵਾਈ ਐਡ ਯੂਜ਼ ਹੈ ਜਿਹੜਾ ਉਹ ਨਹੀਂ ਕਰਦੇ। ਐਲ ਵਾਈ ਨਾਲ ਤੁਹਾਡੇ ਕੋਲੇ ਫਾਸਟਲੀ ਵਰਡ ਬਣ ਜਾਂਦਾ ਹੈ ਜੋ ਕਿ ਇੱਕ ਰੋਂਗ ਵਰਡ ਹੈ। ਇਹੋ ਜਿਹਾ ਵਰਡ ਕਦੇ ਤੁਹਾਡੇ ਡਿਕਸ਼ਨਰੀ ਦੇ ਵਿੱਚ ਹੀ ਨਹੀਂ ਹੈ, ਫਾਸਟਲੀ ਨਹੀਂ ਹੈ। I am fast excited and really looking forward to the trip। ਤੁਸੀਂ ਇਹ ਆਪਸ਼ਨ ਹੈ ਜਿਹੜੀ ਉਹ ਟਿਕ ਕਰੋਗੇ। ਸੈਕਿੰਡ ਤੁਹਾਡੇ ਕੋਲ ਜਿਵੇਂ ਫਾਸਟ ਵਰਡ ਹੈ ਉਸੇ ਤਰੀਕੇ ਨਾਲ ਇੱਕ ਸਟ੍ਰੇਟ ਵਰਡ ਵੀ ਹੁੰਦਾ ਹੈ। ਸਟ੍ਰੇਟ ਸਟ੍ਰੇਟ ਵਰਡ ਹੈ ਜਿਹੜਾ ਇਹ ਵੀ ਅਗੇਨ ਤੁਹਾਡੇ ਕੋਲ ਐਡਜੈਕਟਿਵ ਤੇ ਐਡਵਰਬ ਦੋਵੇਂ ਫਾਰਮ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਜੇ ਤੁਸੀਂ ਐਡਵਰਬ ਫਾਰਮ ਲਈ ਯੂਜ਼ ਕਰ ਰਹੇ ਹੋ ਤਾਂ ਐਡਜੈਕਟਿਵ ਨਾਲ ਜਿਵੇਂ ਆਪਾਂ ਐਲਵਾਈ ਯੂਜ਼ ਕਰ ਲਿਆ ਤਾਂ ਇਹਨੂੰ ਤੁਸੀਂ ਸਟ੍ਰੇਟਲੀ ਨਹੀਂ ਬਣਾਓਗੇ। STRAIGHTLY। ਇਸ ਤਰੀਕੇ ਨਾਲ ਜਿਹੜਾ ਐਲਵਾਈ ਐਡ ਕਰਕੇ ਤੁਸੀਂ ਸਟ੍ਰੇਟਲੀ ਵਰਡ ਯੂਜ਼ ਨਹੀਂ ਕਰੋਗੇ ਬਿਕਾਜ਼ ਇਹ ਰੋਂਗ ਹੈ। ਸਟ੍ਰੇਟ ਵਰਡ ਹੀ ਐਡਜੈਕਟਿਵ ਹੈ, ਸਟ੍ਰੇਟ ਵਰਡ ਨੂੰ ਹੀ ਤੁਸੀਂ ਐਡਵਰਬ ਫਾਰਮ ਦੇ ਵਿੱਚ ਵੀ ਯੂਜ਼ ਕਰ ਲੈਣੇ ਹੋ। ਸੋ ਇਹ ਦੋ ਵਰਡ ਆ ਜਿਹੜੇ ਤੁਸੀਂ ਧਿਆਨ ਦੇ ਵਿੱਚ ਰੱਖਣੇ ਕਿ ਫਾਸਟਲੀ ਤੇ ਸਟ੍ਰੇਟਲੀ ਨਾਮ ਦਾ ਕੋਈ ਵਰਡ ਨਹੀਂ ਹੈ। ਫਾਸਟ ਹੀ ਐਜ਼ ਐਨ ਐਡਵਰਬ ਯੂਜ਼ ਕੀਤਾ ਜਾਂਦਾ ਹੈ, ਫਾਸਟ ਨੂੰ ਹੀ ਤੁਸੀਂ ਐਜ਼ ਐਨ ਐਡਜੈਕਟਿਵ ਯੂਜ਼ ਕਰਦੇ ਹੋ। ਸੋ ਫਾਸਟਲੀ ਜਿੱਥੇ ਵੀ ਤੁਹਾਨੂੰ ਦੇਖ ਗਿਆ ਤਾਂ ਤੁਹਾਨੂੰ ਪਤਾ ਹੋਵੇ ਚਾਹੇ ਨਾ ਹੋਵੇ ਕਿ ਐਡਵਰਬ ਹੈ ਜਾਂ ਐਡਜੈਕਟਿਵ ਹੈ, ਤੁਸੀਂ ਸਿੰਪਲ ਚੱਕ ਕੇ ਲੈ ਲੈਣਾ ਕਿ ਫਾਸਟ ਵਰਡ ਹੁੰਦਾ, ਫਾਸਟਲੀ ਨਾਮ ਦਾ ਕੋਈ ਵਰਡ ਨਹੀਂ ਹੈ। ਸੋ ਇਹ ਆਪਸ਼ਨ ਜਿਹੜਾ ਤੁਹਾਡਾ ਇੱਥੇ ਆਨਸਰ ਹੋਏਗਾ।
हाँ जी, तो नैक्सट क्वेश्चन जो तुसीं सॉल्व करना है 7 नंबर क्वेश्चन चेक करो ते इस तो बाद आपां कंसैप्ट इहदा डिस्कस कर रहे हां। हाँ जी, my dog has a habit of barking at strangers but it seldom or ever bites। ਤਾਂ ਹੁਣ ਆਪਣੇ ਕੋਲੇ ਕੀ ਆ, ਆਪਾਂ ਪਿੱਛੇ ਕਲਾਸਿਸ ਦੇ ਵਿੱਚ ਇੱਕ ਫਰੇਜ਼ ਕੀਤੀ ਸੀ seldom if ever ਦੀ ਤੇ seldom or never। seldom if ever ਹੁੰਦਾ ਹੈ and seldom or never। ਇਹ ਦੋ ਫਰੇਜ਼ਸ ਨੇ। ਇਫ ਵਾਲੇ ਨਾਲ ਐਵਰ ਦਾ ਯੂਜ਼ ਕੀਤਾ ਜਾਂਦਾ ਹੈ ਤੇ ਔਰ ਵਾਲੀ ਫਰੇਜ਼ ਦੇ ਨਾਲ ਤੁਸੀਂ ਨੈਵਰ ਵਰਡ ਯੂਜ਼ ਕਰਦੇ ਹੋ। ਹੁਣ ਇੱਥੇ ਚੈੱਕ ਕਰੋ, ਤੁਹਾਡੇ ਕੋਲੇ ਮਿਕਸ ਕੀਤਾ ਪਿਆ, ਸੈਲਡਮ ਵਰਡ ਯੂਜ਼ ਕੀਤਾ, ਇਸ ਤੋਂ ਬਾਅਦ ਔਰ ਯੂਜ਼ ਕੀਤਾ ਤੇ ਐਵਰ ਯੂਜ਼ ਕੀਤਾ ਜਾ ਰਿਹਾ। ਐਵਰ ਦਾ ਯੂਜ਼ ਆਪਾਂ ਇਫ ਦੇ ਨਾਲ ਕਰਦੇ ਹਾਂ, ਸੋ ਆਰ ਨੂੰ ਕੱਢ ਕੇ ਤੁਸੀਂ ਇਫ ਕਰ ਲਓ। ਇਟ ਸੈਲਡਮ ਇਫ ਐਵਰ ਵਰਡਸ ਤੁਸੀਂ ਯੂਜ਼ ਕਰ ਸਕਦੇ ਹੋ, ਜਾਂ ਫਿਰ ਜੇ ਤੁਸੀਂ ਔਰ ਯੂਜ਼ ਕਰ ਰਹੇ ਹੋ ਤਾਂ ਤੁਸੀਂ ਇੱਥੇ ਐਵਰ ਨੂੰ ਨੈਵਰ ਕਰ ਸਕਦੇ ਹੋ। ਤੁਸੀਂ ਇੱਕ ਚੀਜ਼ ਯੂਜ਼ ਕਰੋਗੇ ਸੈਲਡਮ ਔਰ ਨੈਵਰ ਸੈਂਟੈਂਸ ਦੇ ਵਿੱਚ ਬਣਾ ਸਕਦੇ ਹੋ। ਐਵਰ ਨੂੰ ਨੈਵਰ ਕਰ ਦਿਓ ਜਾਂ ਫਿਰ ਤੁਸੀਂ ਔਰ ਨੂੰ ਇਫ ਹੈ ਜਿਹੜਾ ਕੱਟ ਕੇ ਯੂਜ਼ ਕਰ ਸਕਦੇ ਹੋ। ਤਾਂ ਇਸ ਤਰੀਕੇ ਨਾਲ ਹੈ ਜਿਹੜਾ ਇਹ ਸੈਂਟੈਂਸ ਸਹੀ ਹੋਏਗਾ। ਸੀ ਪਾਰਟ ਵਿੱਚ ਤੁਹਾਡੀ ਐਰਰ ਸੀ। ਆਈ ਹੋਪ ਤੁਹਾਡਾ ਇਹ ਕੁਐਸਚਨ ਸਾਰਿਆਂ ਦਾ ਸੋਲਵ ਹੋ ਗਿਆ ਹੋਵੇਗਾ, ਕਿਉਂਕਿ ਬਹੁਤ ਹੀ ਜ਼ਿਆਦਾ ਕਹਿਣਾ ਸਿੰਪਲ ਜਿਹਾ ਇਹ ਕੰਸੈਪਟ ਸੀ, ਆਪਾਂ ਡਿਸਕਸ ਕੀਤਾ ਹੋਇਆ। ਅੱਗੇ ਤੁਹਾਡੇ ਕੋਲ 8 ਨੰਬਰ ਕੁਐਸਚਨ ਜੋ ਤੁਸੀਂ ਸੋਲਵ ਕਰਨਾ ਹੈ। ਹਾਂਜੀ, ਪਹਿਲਾਂ ਸੋਲਵ ਕਰੋਗੇ ਦੈਨ ਆਪਾਂ ਡਿਸਕਸ ਕਰਦੇ ਹਾਂ ਆਨਸਰ। She denied that she was not present there at the time of the accident। ਡੀ ਪਾਰਟ ਹੈ ਤੁਹਾਡਾ ਨੋ ਐਰਰ। ਚੈੱਕ ਕਰੋਗੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹਾਂਜੀ, ਤਾਂ ਐਰਰ ਕਿੱਥੇ ਹੈ ਤੁਹਾਡੇ ਕੋਲੇ, ਇਹ ਪਾਰਟ ਦੇ ਵਿੱਚ ਐਰਰ ਹੈ। ਹੁਣ ਜਿਨ੍ਹਾਂ ਨੇ ਇਹ ਪਾਰਟ ਮਾਰਕ ਕੀਤਾ ਹੈ ਤਾਂ ਉਹਨਾਂ ਨੂੰ ਕਨਸੈਪਟ ਚੰਗੇ ਤਰੀਕੇ ਨਾਲ ਪਤਾ ਹੈ ਕਿ ਕਨਸੈਪਟ ਕੀ ਲੱਗ ਰਿਹਾ ਇਹਦੇ ਵਿੱਚ। ਤੁਹਾਡੇ ਕੋਲੇ ਵਰਡ ਯੂਜ਼ ਹੋ ਰਿਹਾ ਡਿਨਾਈਡ, ਡਿਨਾਈਡ ਵਰਡ ਯੂਜ਼ ਹੋ ਰਿਹਾ ਹੈ। ਅਗੇਨ ਤੁਸੀਂ ਸੈਂਟੈਂਸ ਦੇ ਵਿੱਚ ਵਰਡ ਯੂਜ਼ ਕਰ ਰਹੇ ਹੋ ਨਾਟ ਦਾ, ਤੇ ਤੁਹਾਨੂੰ ਦੱਸਿਆ ਹੋਇਆ ਕਦੇ ਵੀ ਜੇ ਤੁਹਾਡੇ ਕੋਲੇ ਐਡਵਰਬ ਆਫ ਨੇਗੇਸ਼ਨ ਯੂਜ਼ ਹੋ, verb of negation word यूज ਕੀਤੇ ਜਾ ਰਹੇ ਤਾਂ ਉਹਨਾਂ ਨਾਲ ਕਦੇ ਵੀ ਤੁਸੀਂ not ਜਾਂ no word यूज ਨਹੀਂ ਕਰੋਗੇ। no not ਇਹ ਵਾਲੇ word ਨੈਗੇਟਿਵ word ਹੈ ਜਿਹੜੇ ਬੇਸਿਕਲੀ ਯੂਜ਼ ਨਹੀਂ ਕੀਤੇ ਜਾਂਦੇ adverbs of negation ਦੇ ਨਾਲ। ਤੇ ਤੁਹਾਡੇ ਕੋਲ denied word ਆ ਜਿਹੜਾ ਇੱਥੇ adverb of negation ਦਾ ਕੰਮ ਕਰ ਰਿਹਾ, ਸੋ ਤੁਸੀਂ ਇਹਦੇ ਨਾਲ not word ਯੂਜ਼ ਨਹੀਂ ਕਰੋਗੇ। ਸੈਂਟੈਂਸ ਤੁਹਾਡਾ ਹੋਏਗਾ she denied that she was present there at the time of the accident। ਤੁਸੀਂ ਇਸ ਤਰੀਕੇ ਨਾਲ ਸੈਂਟੈਂਸ ਹੈ ਜਿਹੜਾ ਬਣਾਓਗੇ। not ਦਾ ਜਿਹੜਾ ਤੁਹਾਡਾ ਇੱਥੇ wrong ਯੂਜ਼ ਕੀਤਾ ਹੋਇਆ ਹੈ, ਚਾਹੇ abundant ਹੈ ਤੁਸੀਂ ਕੀ ਯੂਜ਼ ਕੀਤਾ, redundant ਹੈ, ਇਸ ਤਰੀਕੇ ਨਾਲ ਯੂਜ਼ ਇਹ ਨਹੀਂ ਹੋਣਾ ਚਾਹੀਦਾ। ਆਈ ਹੋਪ ਤੁਹਾਡਾ 8 ਨੰਬਰ ਕੁਐਸਚਨ ਕਲੀਅਰ ਹੋਇਆ ਹੋਵੇਗਾ। ਤਾਂ ਸੇਮ ਚੀਜ਼ ਤੁਸੀਂ ਦੋ ਨੈਗੇਟਿਵ ਵਰਡਸ ਨੂੰ ਯੂਜ਼ ਨਹੀਂ ਕਰੋਗੇ। ਐਡਵਰਬ ਆਫ ਨੇਗੇਸ਼ਨ ਦੇ ਨਾਲ ਕਦੇ ਵੀ ਨੈਗੇਟਿਵ ਵਰਡ ਯੂਜ਼ ਨਹੀਂ ਕੀਤਾ ਜਾ ਸਕਦਾ। ਅੱਗੇ ਦੇਖੋ 9 ਨੰਬਰ ਕੁਐਸਚਨ। ਹਾਂਜੀ, ਪਹਿਲਾਂ ਕਰੋ ਸੋਲਵ, ਇਸ ਤੋਂ ਬਾਅਦ ਆਪਾਂ ਇਹਦਾ ਕੰਸੈਪਟ ਡਿਸਕਸ ਕਰ ਰਹੇ ਹਾਂ। ਦੇਖੋ ਜੀ, he was elected as chairman of our college। ਦਾ ਮੋਸਟ ਇੰਪੋਰਟੈਂਟ ਕਨਸੈਪਟ ਹੈ ਜਿਹੜਾ ਆਪਾਂ ਲਾਸਟ ਕਲਾਸ ਦੇ ਵਿੱਚ ਡਿਸਕਸ ਕੀਤਾ ਹੈ। ਤਾਂ ਹੁਣ ਕਨਸੈਪਟ ਕੀ ਸੀ, ਤਾਂ ਤੁਹਾਨੂੰ ਕੁਝ ਵਰਡ ਲਿਖਵਾਏ ਗਏ ਸੀ ਜਿਹਦੇ ਵਿੱਚ ਆਪਾਂ ਇਲੈਕਟ ਵਰਡ ਕੀਤਾ ਸੀ, ਕਾਲ ਵਰਡ ਕੀਤਾ ਸੀ ਤੇ ਅਪਾਇੰਟ ਵਰਡ ਆਪਾਂ ਡਿਸਕਸ ਕੀਤਾ ਸੀ। ਇਹਨਾਂ ਦੇ ਨਾਲ ਆ ਜਿਹੜਾ ਕਦੇ ਵੀ ਤੁਹਾਡੇ ਕੋਲੇ ਐਜ਼ ਐਡਵਰਬ ਦਾ ਯੂਜ਼ ਨਹੀਂ ਹੁੰਦਾ। ਕਨਸੈਪਟ ਹੈ ਜਿਹੜਾ ਤੁਹਾਡੇ ਕੋਲੇ ਚੱਲ ਰਿਹਾ ਸੀ ਕਿ ਐਜ਼ ਐਡਵਰਬ ਦਾ ਯੂਜ਼ ਕਿੱਥੇ ਹੋਏਗਾ ਕਿੱਥੇ ਨਹੀਂ ਹੋਏਗਾ। ਤਾਂ ਇਹਨਾਂ ਵਰਡ ਦੇ ਨਾਲ ਐਜ਼ ਐਡਵਰਬ ਦਾ ਯੂਜ਼ ਨਹੀਂ ਹੁੰਦਾ। ਇਲੈਕਟ ਆਇਆ, ਇਲੈਕਟ ਦੇ ਨਾਲ ਕਦੇ ਵੀ ਐਜ਼ ਐਡਵਰਬ ਯੂਜ਼ ਨਹੀਂ ਹੁੰਦੀ, ਸੋ ਤੁਸੀਂ ਸਿੰਪਲੀ ਰਿਮੂਵ ਕੀ ਕਰੋਗੇ, ਐਜ਼ ਨੂੰ ਰਿਮੂਵ ਕਰ ਦੋਗੇ। ਸੈਂਟੈਂਸ ਕੀ ਹੋਏਗਾ, ਹੀ ਵਾਸ ਇਲੈਕਟਡ ਚੇਅਰਮੈਨ ਆਫ ਆਵਰ ਕਾਲਜ। ਆਈ ਹੋਪ ਤੁਹਾਡਾ ਕਨਸੈਪਟ ਕਲੀਅਰ ਹੈ। ਹਾਂਜੀ, ਤਾਂ ਇਹ ਮੋਸਟ ਇੰਪੋਰਟੈਂਟ ਕਨਸੈਪਟ ਹੈ ਜੋ ਆਪਾਂ ਪਿੱਛੇ ਕਲਾਸ ਦੇ ਵਿੱਚ ਡਿਸਕਸ ਕੀਤਾ ਹੈ ਕਿ ਕਿੰਨਾ ਵਰਡਸ ਦੇ ਨਾਲ ਤੁਹਾਡੇ ਕੋਲੇ ਐਜ਼ ਦਾ ਯੂਜ਼ ਕੀਤਾ ਜਾਂਦਾ ਤੇ ਕਿੰਨਾ ਦੇ ਨਾਲ ਨਹੀਂ ਕੀਤਾ ਜਾਂਦਾ। ਇੱਕ ਵਾਰ ਤੁਸੀਂ ਦੁਬਾਰਾ ਦੇਖਣੇ ਚਾਹੋ ਤਾਂ ਦੇਖ ਸਕਦੇ ਹੋ। ਤੁਹਾਡੇ ਕੋਲੇ ਵਰਡ ਜਿਵੇਂ ਪਹਿਲੇ ਗਿਆ ਇਲੈਕਟ, ਦੈਨ ਆਪਾਂ ਡਿਸਕਸ ਕੀਤਾ ਸੀ ਵਰਡ ਨੇਮ, ਨੇਮ ਦੇ ਨਾਲ ਕਦੇ ਵੀ ਐਜ਼ ਵਰਡ ਯੂਜ਼ ਨਹੀਂ ਕੀਤਾ ਜਾਏਗਾ, ਐਡਵਰਬ ਦਾ ਯੂਜ਼ ਨਹੀਂ ਕੀਤਾ ਜਾਏਗਾ। ਕੰਸੀਡਰ ਵਰਡ ਆਪਾਂ ਦੇਖਿਆ ਸੀ ਕਿ ਕੰਸੀਡਰ ਦੇ ਨਾਲ ਐਜ਼ ਦਾ ਯੂਜ਼ ਨਹੀਂ ਹੁੰਦਾ। ਥਿੰਕ ਵਰਡ ਦੇ ਨਾਲ ਐਜ਼ ਦਾ ਯੂਜ਼ ਨਹੀਂ ਹੁੰਦਾ। ਅਪਾਇੰਟ ਵਰਡ ਹੈ ਜਿਹੜਾ ਤੁਹਾਡੇ ਕੋਲੇ, ਇਹਦੇ ਨਾਲ ਵੀ ਤੁਸੀਂ ਕਦੇ ਐਜ਼ ਵਰਡ ਦਾ ਯੂਜ਼ ਨਹੀਂ ਕਰੋਗੇ। ਹੁਣ ਇਹ ਜਿੰਨੇ ਵੀ ਆਪਾਂ ਵਰਡ ਲਿਖ ਰਹੇ ਹਾਂ ਸਾਰੇ verb ਨੇ, ਤੇ ਕਾਲ ਹੈ ਜਿਹੜਾ ਤੁਹਾਡੇ ਕੋਲ, ਇਹਨਾਂ ਦੇ ਨਾਲ ਤੁਸੀਂ ਐਜ਼ ਐਡਵਰਬ ਦਾ ਯੂਜ਼ ਨਹੀਂ ਕਰ ਸਕਦੇ। ਐਜ਼ ਐਡਵਰਬ ਹੈ ਜਿਹੜੀ ਯੂਜ਼ ਨਹੀਂ ਹੁੰਦੀ। ਤੇ ਇਹ ਜਿੰਨੇ ਵੀ ਵਰਡ ਲਿਖੇ ਆਪਾਂ ਕੀ ਨੇ ਤੁਹਾਡੇ ਕੋਲੇ verb ਦਾ ਕੰਮ ਕਰ ਰਹੇ ਹੋਣਗੇ ਸੈਂਟੈਂਸ ਦੇ ਵਿੱਚ। ਤੇ ਮੈਂ ਇੱਥੇ ਤੁਹਾਡੇ ਕੋਲੇ ਹੈ ਹੀ ਵਾਸ ਇਲੈਕਟਡ, ਵਾਸ ਹੈਲਪਿੰਗ verb ਹੈ ਤੁਹਾਡੇ ਕੋਲੇ, ਇਲੈਕਟਡ ਕੀ ਹੈ ਮੇਨ verb ਹੈ। ਤੇ ਸੋ ਮੇਨ verb ਦਾ ਕੰਮ ਕਰ ਰਹੀ ਹੈ ਇਲੈਕਟਡ, ਤੇ ਇਲੈਕਟ ਵਰਡ ਦੇ ਨਾਲ ਐਜ਼ ਐਡਵਰਬ ਹੈ ਜਿਹੜੀ ਯੂਜ਼ ਨਹੀਂ ਹੋਏਗੀ। ਸੋ ਬੀ ਪਾਰਟ ਹੈ ਤੁਹਾਡਾ ਆਨਸਰ ਹੈ। ਨੈਕਸਟ ਕੁਐਸਚਨ ਜੋ ਤੁਸੀਂ ਸੋਲਵ ਕਰੋਗੇ 10 ਨੰਬਰ ਕੁਐਸਚਨ ਦੇਖੋ ਜੀ। Finally he did fight but he fought cowardly। ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹੁਣ ਜਿਨ੍ਹਾਂ ਸਟੂਡੈਂਟਸ ਨੇ ਪਿੱਛੇ ਵਾਲੀਆਂ ਆਪਣੀਆਂ ਐਡਵਰਬ ਦੀਆਂ ਤਿੰਨੋਂ ਕਲਾਸਿਸ ਅਟੈਂਡ ਕੀਤੀਆਂ ਹੈ, ਕਨਸੈਪਟ ਚੰਗੇ ਤਰੀਕੇ ਨਾਲ ਨੋਟ ਕੀਤੇ ਹੈ, ਧਿਆਨ ਨਾਲ ਸਮਝਿਆ ਹੈ,
ਉਹਨਾਂ ਵਾਸਤੇ ਇਹ ਕੁਐਸਚਨ ਕੁਝ ਵੀ ਨਹੀਂ ਹੈ, ਉਹ ਸਿਰਫ ਕੁਐਸਚਨ ਦੇਖਣਗੇ ਤੇ ਉਹਨਾਂ ਨੂੰ ਆਨਸਰ ਹੈ ਜਿਹੜਾ ਨਾਲ ਦੀ ਨਾਲ ਪਤਾ ਲੱਗ ਜਾਣਾ ਚਾਹੀਦਾ ਜੇ ਤੁਹਾਡੇ ਕਨਸੈਪਟ ਕਲੀਅਰ ਹੋਏ। ਅਦਰਵਾਈਜ਼ ਜੇ ਤੁਸੀਂ ਕੁਐਸਚਨ ਨੂੰ ਕਰਨ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਦਿੱਕਤ ਆ ਰਹੀ ਹੈ, ਪਰੇਸ਼ਾਨੀ ਆ ਰਹੀ ਹੈ, ਡਿਫਿਕਲਟੀ ਫੀਲ ਕਰ ਰਹੇ ਹੋ, ਸੋ ਆਈ ਸੁਜੈਸਟ ਕਿ ਤੁਸੀਂ ਕਲਾਸਿਸ ਨੂੰ ਅਗੇਨ ਆ ਜਿਹੜਾ ਰਿਵਾਈਜ਼ ਕਰੋ, ਚੈੱਕ ਕਰੋ ਆਪਣੇ ਕਨਸੈਪਟ, ਦੈਨ ਜਿਹੜਾ ਤੁਸੀਂ ਅਗੇਨ ਇਹ ਵਾਲੀ ਕਲਾਸ ਹੈ ਜਿਹੜੀ ਜੁਆਇਨ ਕਰਕੇ ਕੁਐਸਚਨ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਜਿੰਨੀ ਪ੍ਰੈਕਟਿਸ ਤੁਸੀਂ ਇੰਗਲਿਸ਼ ਦੇ ਵਿੱਚ ਕਰੋਗੇ, ਇੰਗਲਿਸ਼ ਤੁਹਾਡੀ ਉਨੀ ਹੈ ਜਿਹੜੀ ਵਧੀਆ ਤਰੀਕੇ ਨਾਲ ਤੁਸੀਂ ਪੇਪਰ ਦੇ ਵਿੱਚ ਅਪਲਾਈ ਕਰ ਸਕੋਗੇ। ਦੇਖੋ ਜੀ, ਤਾਂ ਹੁਣ 10 ਨੰਬਰ ਕੁਐਸਚਨ ਦਾ ਆਪਾਂ ਦੇਖਦੇ ਹਾਂ ਕਨਸੈਪਟ ਕੀ ਇੱਥੇ ਲੱਗ ਰਿਹਾ। ਫਾਈਨਲੀ ਹੀ ਡਿਡ ਫਾਈਟ ਬਟ ਹੀ ਫੌਟ ਕਾਵਰਡਲੀ। ਤੇ ਤੁਹਾਡੇ ਕੋਲੇ ਵਰਡ ਆ ਗਿਆ ਕਾਵਰਡਲੀ। ਕਾਵਰਡਲੀ ਵਰਡ ਯੂਜ਼ ਕੀਤਾ ਜਾ ਰਿਹਾ, ਇਹੀ ਤੁਹਾਡੇ ਕੋਲੇ ਰੋਂਗ ਹੈ। ਕਿਉਂ ਰੋਂਗ ਹੋਇਆ? ਬਿਕੋਜ਼ ਇਹ ਕਾਵਰਡਲੀ ਵਰਡ ਹੈ ਜਿਹੜਾ ਕਿਹਨੂੰ ਡਿਸਕ੍ਰਾਈਬ ਕਰ ਰਿਹਾ, ਇਹ ਵਰਬ ਨੂੰ ਡਿਸਕ੍ਰਾਈਬ ਕਰਨ ਦੇ ਲਈ ਯੂਜ਼ ਕੀਤਾ ਜਾ ਰਿਹਾ। ਇਟ ਮੀਨਸ ਇਹ ਕੀ ਹੋਇਆ, ਤੁਹਾਡੇ ਕੋਲੇ ਐਡਵਰਬ ਹੋਇਆ ਤੇ ਤੁਹਾਨੂੰ ਦੱਸਿਆ ਗਿਆ ਕਿ ਤੁਹਾਡੇ ਕੋਲੇ ਕਾਵਰਡ ਵਰਡ ਹੈ ਜਿਹੜਾ ਕਾਵਰਡ ਨਾउन ਹੁੰਦਾ ਹੈ ਤੇ ਨਾउन ਤੋਂ ਬਾਅਦ ਜੇ ਤੁਸੀਂ ਐਲਵਾਈ ਦਾ ਯੂਜ਼ ਕਰ ਲਿਆ ਤਾਂ ਉਹ ਵੀ ਬਣ ਜਾਣਾ ਹੁੰਦਾ ਹੈ ਐਡਜੈਕਟਿਵ ਬਣ ਜਾਂਦਾ। ਇਟ ਮੀਨਸ ਕਾਵਰਡਲੀ ਹੈ ਜਿਹੜਾ ਤੁਹਾਡੇ ਕੋਲ ਇੱਕ ਐਡਜੈਕਟਿਵ ਵਰਡ ਹੈ ਤੇ ਤੁਸੀਂ ਯੂਜ਼ ਕਰ ਰਹੇ ਹੋ ਤੇ ਐਡਵਰਬ ਫਾਰਮ। ਐਡਵਰਬ ਫਾਰਮ ਦੇ ਲਈ ਤੁਸੀਂ ਜੇ ਐਲਵਾਈ ਵਾਲੇ ਐਡਜੈਕਟਿਵ ਨੂੰ ਯੂਜ਼ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਨਾਲ ਯੂਜ਼ ਕਰ ਲੈਣਾ ਇੱਕ ਫਰੇਜ਼ ਇਨ ਅ, ਜਿਵੇਂ ਇੱਥੇ ਯੂਜ਼ ਕਰਾਂਗੇ ਆਪਾਂ ਕਾਵਰਡਲੀ ਮੈਨਰ, ਇਨ ਅ ਕਾਵਰਡਲੀ ਮੈਨਰ। ਤੁਸੀਂ ਇਹ ਫਰੇਜ਼ ਹੈ ਜਿਹੜੀ ਸਬਸਟੀਟਿਊਟ ਕਰੋਗੇ, ਕਾਵਰਡਲੀ ਦਾ ਯੂਜ਼ਰ ਨਹੀਂ ਕਰੋਗੇ, ਇਨ ਅ ਕਾਵਰਡਲੀ ਮੈਨਰ ਦਾ ਯੂਜ਼ਰ ਕਰੋਗੇ। ਸਿਮਿਲਰਲੀ ਜਿਵੇਂ ਆਪਾਂ ਫਰੈਂਡਲੀ ਵਰਡ ਕੀਤਾ ਸੀ, ਫਰੈਂਡਲੀ ਐਡਜੈਕਟਿਵ ਹੈ, ਇਨ ਅ ਫਰੈਂਡਲੀ ਮੈਨਰ ਤੁਹਾਡੇ ਕੋਲੇ ਐਡਵਰਬ ਫਾਰਮ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ। ਆਈ ਹੋਪ ਤੁਹਾਡਾ 10 ਨੰਬਰ ਕੁਐਸਚਨ ਕਲੀਅਰ ਹੋਇਆ ਹੋਵੇਗਾ। ਆਪਾਂ ਇਹਦਾ ਕਨਸੈਪਟ ਆ ਜਿਹੜਾ ਬਹੁਤ ਚੰਗੇ ਤਰੀਕੇ ਨਾਲ ਕੀਤਾ ਹੈ, ਕਲਾਸਿਸ ਦੇ ਵਿੱਚ ਆਪਾਂ ਵਿਦ ਕੁਐਸਚਨ ਹੈ ਜਿਹੜਾ ਪ੍ਰੈਕਟਿਸ ਕੀਤੀ ਸੀ। ਅੱਗੇ ਦੇਖੋ ਤੁਹਾਡੇ ਕੋਲੇ 11 ਨੰਬਰ ਕੁਐਸਚਨ ਹੈ ਜੋ ਤੁਸੀਂ ਸੋਲਵ ਕਰਨਾ ਹੈ। ਸਭ ਤੋਂ ਪਹਿਲਾ ਕੁਐਸਚਨ ਤੁਸੀਂ ਦੇਖੋਗੇ, ਦੈਨ ਆਪਾਂ ਡਿਸਕਸ ਕਰਦੇ ਹਾਂ ਕੁਐਸਚਨ ਦਾ ਆਂਸਰ। ਹਾਂਜੀ, ਤਾਂ ਹੀ ਵਾਸ ਇਨਫ ਕਾइंड ਟੂ ਹੈਲਪ ਮੀ ਇਨ ਦਾ ਡਿਫਿਕਲਟ ਟਾਈਮਸ। ਤਾਂ ਚੈੱਕ ਕਰੋ ਕਿੱਥੇ ਐਰਰ ਹੈ, A B C ਜਾਂ ਫਿਰ ਤੁਹਾਡੇ ਕੋਲੇ ਆਂਸਰ D ਆਪਸ਼ਨ ਹੈ। ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿੱਥੇ ਆ ਗਿਆ, ਤੁਹਾਡੇ ਕੋਲੇ ਐਰਰ ਹੈ A ਪਾਰਟ ਦੇ ਵਿੱਚ ਐਰਰ ਹੈ। ਹੁਣ ਇਹ ਕਨਸੈਪਟ ਜਿਹੜਾ A ਪਾਰਟ ਦੇ ਵਿੱਚ ਐਰਰ ਹੋਈ, ਕਨਸੈਪਟ ਹੈ ਤੁਹਾਡੇ ਕੋਲੇ ਇਨਫ ਵਾਲਾ ਜੋ ਕਿ ਆਪਾਂ ਪਿੱਛੇ ਦੋ ਕਲਾਸਿਸ ਦੇ ਵਿੱਚ ਹੈ ਜਿਹੜਾ ਇਹ ਕਨਸੈਪਟ ਕਰ ਚੁੱਕੇ ਆ। ਇੱਕ ਵਾਰ ਆਪਾਂ ਕੀਤਾ ਸੀ ਜਦੋਂ ਆਪਾਂ ਐਡਜੈਕਟਿਵ ਦਾ ਟੌਪਿਕ ਕੀਤਾ ਸੀ ਤੇ ਦੂਸਰਾ ਆਪਾਂ ਇਹ ਡਿਸਕਸ ਕੀਤਾ ਜਦੋਂ ਆਪਾਂ ਐਡਵਰਬ ਦੀ ਕਲਾਸ ਜਿਹੜੀ ਆਪਣੀ ਕੀਤੀ ਹੈ। ਦੇਖੋ ਜੀ, ਤਾਂ ਇਨਫ ਦਾ ਯੂਜ਼ ਹੈ ਜਿਹੜਾ ਐਜ਼ ਐਨ ਐਡਜੈਕਟਿਵ ਵੀ ਕੀਤਾ ਜਾਂਦਾ ਹੈ ਤੇ ਐਜ਼ ਐਨ ਐਡਵਰਬ ਵੀ ਤੁਸੀਂ ਇਹਨੂੰ ਯੂਜ਼ ਕਰਦੇ ਹੋ। ਤੇ ਜਿੱਥੇ ਇਹ ਐਜ਼ ਐਨ ਐਡਜੈਕਟਿਵ ਯੂਜ਼ ਕੀਤਾ ਜਾ ਰਿਹਾ, ਇਟ ਮੀਨਸ ਇਹ ਨਾउन ਨੂੰ ਡਿਸਕ੍ਰਾਈਬ ਕਰ ਰਿਹਾ ਹੋਏਗਾ ਤੇ ਇਹਦੀ ਪੋਜੀਸ਼ਨ ਕੀ ਹੋਏਗੀ, ਬਿਫੋਰ ਨਾउन। ਜਿਵੇਂ ਇਨਫ ਸ਼ੂਗਰ ਆਪਾਂ ਯੂਜ਼ ਕਰ ਇਨਫ ਸ਼ੂਗਰ, ਇਨਫ ਸ਼ੂਗਰ, ਇਨਫ ਮਨੀ। ਆਪਾਂ ਇਸ ਤਰੀਕੇ ਨਾਲ ਨਾउन ਤੋਂ ਪਹਿਲਾਂ ਵਰਡ ਯੂਜ਼ ਕਰਾਂਗੇ ਇਨਫ ਦਾ ਜੇ ਇਹ ਐਡਜੈਕਟਿਵ ਦਾ ਕੰਮ ਕਰ ਰਿਹਾ ਹੈ। ਜਿੱਥੇ ਆਪਾਂ ਇਨਫ ਨੂੰ ਐਡਵਰਬ ਫਾਰਮ ਲਈ ਯੂਜ਼ ਕਰ ਰਹੇ ਹੋਏ ਤਾਂ ਉੱਥੇ ਇਹਦਾ ਯੂਜ਼ ਕੀ ਹੋਏਗਾ ਤੁਹਾਡੇ ਕੋਲੇ ਆਫਟਰ ਐਡਜੈਕਟਿਵ। ਜਿਵੇਂ ਆਪਾਂ ਸਵੀਟ ਵਰਡ ਯੂਜ਼ ਕੀਤਾ, ਸਵੀਟ ਕੀ ਹੈ, ਇੱਕ ਐਡਜੈਕਟਿਵ ਹੈ ਤੇ ਇਸ ਤੋਂ ਬਾਅਦ ਤੁਸੀਂ ਇਨਫ ਦਾ ਯੂਜ਼ ਕਰੋਗੇ, ਸਵੀਟ ਇਨਫ ਯੂਜ਼ ਹੋਏਗਾ। ਸਿਮਿਲਰਲੀ ਹੁਣ ਇੱਥੇ ਸੈਂਟੈਂਸ ਚੈੱਕ ਕਰੋ, ਹੀ ਵਾਸ ਇਨਫ ਕਾइंड ਤੇ ਕਾइंड ਕੀ ਹੈ ਤੁਹਾਡੇ ਕੋਲੇ ਨਾउन ਤਾਂ ਨਹੀਂ ਹੈ, ਕਾइंड ਕੀ ਹੈ ਐਡਜੈਕਟਿਵ ਹੈ ਤੇ ਜੇ ਐਡਜੈਕਟਿਵ ਹੋਵੇ ਤੇ ਤੁਸੀਂ ਇਨਫ ਦਾ ਯੂਜ਼ ਕਰਨਾ ਹੋਵੇ ਤਾਂ ਇਨਫ ਦਾ ਯੂਜ਼ ਆਫਟਰ ਐਡਜੈਕਟਿਵ ਯੂਜ਼ ਕੀਤਾ ਜਾਂਦਾ ਹੈ। ਤਾਂ ਇਨਫ काइंड ਨਹੀਂ ਹੋਏਗਾ, काइंड ਇਨਫ ਦਾ ਤੁਸੀਂ ਯੂਜ਼ ਕਰੋਗੇ। ਹਾਂਜੀ, ਤਾਂ ਫਰੇਜ਼ ਕੀ ਹੋਣੀ ਚਾਹੀਦੀ ਹੈ, काइंड ਇਨਫ ਹੈ ਜਿਹੜਾ ਤੁਸੀਂ ਯੂਜ਼ ਕਰੋਗੇ। ਸੋ ਇਹ ਪਾਰਟ ਦੇ ਵਿੱਚ ਐਰਰ ਸੀ ਤੇ ਐਰਰ ਹੈ ਜਿਹੜੀ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਕਿਸ ਤਰੀਕੇ ਨਾਲ ਤੁਸੀਂ ਸੈੱਟ ਕਰਨੀ ਹੈ, ਸਹੀ ਕਰਨੀ ਹੈ। ਨੈਕਸਟ ਦੇਖੋ 12 ਨੰਬਰ ਕੁਐਸਚਨ, ਅਗੇਨ ਆਪਾਂ ਕਨਸੈਪਟ ਨੂੰ ਪਿੱਛੇ ਇੱਕ ਕੁਐਸਚਨ ਦੇ ਵਿੱਚ ਡਿਸਕਸ ਕਰਕੇ ਆਏ ਹਾਂ। ਚੈੱਕ ਕਰੋ ਜੀ ਕੁਐਸਚਨ ਤੇ ਸੋਲਵ ਕਰੋ, ਇਹਦਾ ਆਂਸਰ ਮਾਰਕ ਕਰੋ। He was appointed as Inspector General of Foreign Customs। ਤਾਂ ਦੇਖੋ ਕਿਹੜੀ ਚੀਜ਼ ਦੇ ਵਿੱਚ ਐਰਰ ਹੈ, ਤਾਂ ਆਪਾਂ ਵਰਡ ਕੀਤਾ ਪਿੱਛੇ ਕਿ ਤੁਹਾਡੇ ਕੋਲੇ ਕਦੇ ਵੀ ਅਪੁਆਇੰਟ ਵਰਡ ਦੇ ਨਾਲ ਜਦੋਂ ਉਹ ਵਰਬ ਫਾਰਮ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ ਐਜ਼ ਐਡਵਰਬ ਦਾ ਯੂਜ਼ ਨਹੀਂ ਹੋਏਗਾ। ਅੱਜ ਦੀ ਕਲਾਸ ਦੇ ਵਿੱਚ ਵੀ ਆਪਾਂ ਡਿਸਕਸ ਕੀਤਾ ਸੇਮ ਕਨਸੈਪਟ ਕਿ ਜੇ ਤੁਹਾਡੇ ਕੋਲੇ ਅਪੁਆਇੰਟ, ਕਾਲ, ਆਪਣੀ ਬਹੁਤ ਸਾਰੇ ਵਰਡ ਆਪਾਂ ਡਿਸਕਸ ਕੀਤੇ ਆ ਜਿਵੇਂ ਇਲੈਕਟ ਹੋ ਗਿਆ, ਤਾਂ ਇਹਨਾਂ ਦੇ ਨਾਲ ਜੇ ਇਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਵਰਬ ਫਾਰਮ ਦੇ ਲਈ ਤਾਂ ਐਜ਼ ਐਡਵਰਬ ਹੈ ਜਿਹੜੀ ਯੂਜ਼ ਨਹੀਂ ਕੀਤੀ ਜਾਏਗੀ। ਹੁਣ ਇੱਥੇ ਅਪੁਆਇੰਟ ਵਰਡ ਯੂਜ਼ ਕੀਤਾ ਜਾ ਰਿਹਾ, ਹੀ ਵਾਸ ਅਪੁਆਇੰਟਡ ਜੋ ਕਿ ਇੱਕ ਵਰਬ ਫਾਰਮ ਲਈ ਯੂਜ਼ ਕੀਤਾ ਜਾ ਰਿਹਾ ਤੇ ਇਹਦੇ ਨਾਲ ਐਜ਼ ਵਰਬ ਦਾ ਯੂਜ਼ ਨਹੀਂ ਹੋਏਗਾ। ਬੀ ਪਾਰਟ ਦੇ ਵਿੱਚ ਤੁਹਾਡੀ ਐਰਰ ਹੈ ਜੋ ਤੁਸੀਂ ਮਾਰਕ ਕਰਨੀ ਸੀ। ਹਾਂਜੀ, ਤੇ ਨੈਕਸਟ ਜਿਹੜਾ ਤੁਹਾਡੇ ਕੋਲ 30 ਨੰਬਰ ਕੁਐਸਚਨ ਹੈ ਜੋ ਤੁਸੀਂ ਸੋਲਵ ਕਰੋਗੇ। ਦੇਖੋ ਜੀ ਕੁਐਸਚਨ ਸੋਲਵ ਕਰੋ। I meet him often near the town hall। ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੇ ਐਰਰ ਨੂੰ ਕਰੈਕਟ ਕਰੋ। ਹਾਂਜੀ, ਤੇ ਆਈ ਹੋਪ ਤੁਹਾਡਾ ਕੁਐਸਚਨ ਹੈ ਜਿਹੜਾ ਇਹ ਸੋਲਵ ਹੋ ਗਿਆ ਹੋਵੇਗਾ। ਅਗੇਨ ਕਿਹੜੇ ਪਾਰਟ 'ਚ ਐਰਰ ਹੈ, ਇਹ ਪਾਰਟ ਦੇ ਵਿੱਚ ਐਰਰ ਹੈ ਤੇ ਕੀ ਐਰਰ ਹੈ ਤੁਸੀਂ ਦੇਖਿਆ ਕਿ ਓਫਨ ਕੀ ਹੈ, ਇੱਕ ਐਡਵਰਬ ਆਫ ਫ੍ਰੀਕੁਐਂਸੀ ਹੈ ਤੇ ਕਿਹੜੀ ਐਡਵਰਬ ਆਫ ਫ੍ਰੀਕੁਐਂਸੀ ਹੈ, ਡੈਫੀਨਿਟ ਜਾਂ ਇੰਡੈਫੀਨਿਟ, ਇਨਡੈਫੀਨਿਟ ਐਡਵਰਬ ਆਫ ਫ੍ਰੀਕੁਐਂਸੀ। ਤੇ ਤੁਹਾਨੂੰ ਦੱਸਿਆ ਗਿਆ ਕਨਸੈਪਟ ਕਿ ਇੰਡੈਫੀਨਿਟ ਐਡਵਰਬ ਆਫ ਫ੍ਰੀਕੁਐਂਸੀ ਨੂੰ ਤੁਸੀਂ ਪਲੇਸ ਕਰਦੇ ਹੋ ਬਿਫੋਰ ਮੇਨ ਵਰਬ ਤੇ ਤੁਹਾਡੇ ਕੋਲੇ ਮੇਨ ਵਰਬ ਕੀ ਹੈ, ਮੀਟ, ਤੇ ਐਡਵਰਬ ਆਫ ਫ੍ਰੀਕੁਐਂਸੀ ਹੈ ਜਿਹੜੀ ਤੁਹਾਡੇ ਕੋਲੇ ਆਏਗੀ ਬਿਫੋਰ ਮੇਨ ਵਰਬ ਤੁਸੀਂ ਯੂਜ਼ ਕਰੋਗੇ ਆਈ, ਓਫਨ,
meet him ਦਾ I often meet him ਇਹ phrase ਸਹੀ ਹੈ ਜਿਹੜੀ ਤੁਹਾਡੇ ਕੋਲ ਇੱਥੇ often ਦਾ use ਕੀਤਾ ਹੈ him ਤੋਂ ਬਾਅਦ ਇਹ wrong use ਕੀਤਾ ਹੋਇਆ ਹੈ ਤਾਂ concept ਆਪਾਂ ਪਿੱਛੇ ਇੱਕ question ਹੈ ਜਿਹੜਾ ਇਸੇ ਟਾਈਪ ਦਾ ਕਰਕੇ ਆਏ ਹਾਂ adverb of frequency ਨਾਲ ਰਿਲੇਟਡ ਕਰਕੇ ਆਏ ਹਾਂ ਤਾਂ concept ਸਾਡਾ clear ਹੋ ਗਿਆ ਹੋਣਾ ਦੇਖੋ ਜੀ 40 ਨੰਬਰ ਕੁਐਸਚਨ ਅਗੇਨ ਤੁਸੀਂ ਸੋਲਵ ਕਰਨਾ ਹੈ ਇਸ ਤੋਂ ਬਾਅਦ ਆਪਾਂ ਇਹਦਾ ਕੁਐਸਚਨ ਦਾ ਆਨਸਰ ਹੈ ਜਿਹੜਾ ਉਹ ਡਿਸਕਸ ਕਰਾਂਗੇ ਦੇਖੋ scarcely the teacher had seen the student when he started studying ਤੇ ਕਿਹੜੇ ਪਾਠ ਦੇ ਵਿੱਚ error ਹੈ ਤਾਂ ਤੁਹਾਨੂੰ ਕੁਝ ਕੁ ਵਰਡ ਲਿਖਵਾਏ ਗਏ ਸੀ ਬੇਅਰਲੀ ਸਕੇਸਲੀ ਹਾਰਡਲੀ ਜਿਨ੍ਹਾਂ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਇਹਨਾਂ ਦੇ ਨਾਲ ਬੈਨ ਵਰਡ ਯੂਜ਼ ਕੀਤਾ ਜਾਂਦਾ ਹੈ ਕੋਰਿਲੇਟ ਤੁਹਾਡੇ ਕੋਲੇ ਬੈਨ ਆਉਂਦਾ ਹੈ ਦੇਖੋ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਬੈਨ ਦਾ ਯੂਜ਼ ਕੀਤਾ ਸਕੇਸਲੀ ਦਾ ਟੀਚਰ ਹੈਡ ਸੀਨ ਦਾ ਸਟੂਡੈਂਟ ਹਾਂਜੀ ਤਾਂ ਬੈਨ ਦਾ ਯੂਜ਼ ਕੀਤਾ ਇਟ ਮੀਨਸ ਕੋਰਿਲੇਟਿਵ ਸਹੀ ਯੂਜ਼ ਕੀਤਾ ਹੋਇਆ ਸਕੇਸਲੀ ਦੇ ਨਾਲ ਬੈਨ ਯੂਜ਼ ਕੀਤਾ ਸੈਕੰਡ ਚੀਜ਼ ਤੁਹਾਨੂੰ ਜਿਹੜੀ ਦੱਸੀ ਗਈ ਸੀ ਕਿ ਜੇ ਸਕੇਸਲੀ ਹਾਰਡਲੀ ਬੇਅਰਲੀ ਆਪਣੇ ਕੋਲੇ ਨੋ ਸੂਨਰ ਵਰਡ ਸੀ ਇਹਨਾਂ ਦਾ ਯੂਜ਼ ਕੀਤਾ ਜਾ ਰਿਹਾ ਸਬਜੈਕਟ ਤੋਂ ਪਹਿਲਾਂ ਮਤਲਬ ਤੁਹਾਡੇ ਕੋਲੇ ਸੈਂਟੈਂਸ ਇਹਨਾਂ ਵਰਡ ਦੇ ਨਾਲ ਸਟਾਰਟ ਹੋ ਰਿਹਾ ਤਾਂ ਉੱਥੇ ਕੀ ਅਪਲਾਈ ਹੋ ਜਾਂਦੀ ਹੈ ਇਨਵਰਜ਼ਨ ਹੈ ਜਿਹੜੀ ਉਹ ਅਪਲਾਈ ਹੋ ਜਾਂਦੀ ਹੈ ਹੁਣ ਇੱਕ ਇਨਵਰਜ਼ਨ ਨਾਲ ਰਿਲੇਟਡ ਆਪਾਂ ਨੈਵਰ ਵਾਲਾ ਜਿਹੜਾ ਸੈਂਟੈਂਸ ਪਿੱਛੇ ਕਰਕੇ ਆਏ ਆ ਤਾਂ ਹੁਣ ਤੁਸੀਂ ਇੱਥੇ ਵੀ ਇਨਵਰਜ਼ਨ ਹੈ ਜਿਹੜੀ ਅਪਲਾਈ ਕਰੋਗੇ ਦੇਖੋਗੇ ਦ ਟੀਚਰ ਹੈਡ ਸੀਨ ਤਾਂ ਸਬਜੈਕਟ ਕੀ ਹੈ ਤੁਹਾਡੇ ਕੋਲੇ ਦ ਟੀਚਰ ਤੇ ਮੇ ਹੈਲਪਿੰਗ ਵਰਬ ਕੀ ਹੈ ਤੁਹਾਡੇ ਕੋਲੇ ਹੈਡ ਤੇ ਸੀਨ ਤੁਹਾਡੀ ਮੇਨ ਵਰਬ ਹੈ ਤਾਂ ਤੁਹਾਨੂੰ ਦੱਸਿਆ ਗਿਆ ਕਿ ਹੈਲਪਿੰਗ ਵਰਬ ਸਬਜੈਕਟ ਤੋਂ ਪਹਿਲਾਂ ਯੂਜ਼ ਹੋ ਜਾਂਦੀ ਹੈ ਇਨਵਰਜ਼ਨ ਦੇ ਵਿੱਚ ਤਾਂ ਤੁਹਾਡੇ ਕੋਲੇ ਸੈਂਟੈਂਸ ਹੋਏਗਾ scarcely had the teacher seen तो ਇਹ ਪਾਰਟ ਹੈ ਜਿਹੜਾ ਤੁਸੀਂ ਇਸ ਤਰੀਕੇ ਨਾਲ ਲਿਖੋਗੇ ਉੱਪਰ ਜੋ ਲਿਖਿਆ ਹੋਇਆ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਉਹ ਰੌਂਗ ਯੂਜ਼ ਕੀਤਾ ਹੋਇਆ ਹੈ ਹੈਡ ਜਿਹੜੀ ਤੁਹਾਡੇ ਕੋਲ ਹੈਲਪਿੰਗ ਵਰਬ ਹੈ ਯੂਜ਼ ਹੋਏਗੀ ਬਿਫੋਰ ਸਬਜੈਕਟ ਬਿਕਾਜ਼ ਇਨਵਰਜ਼ਨ ਇੱਥੇ ਅਪਲਾਈ ਹੋ ਰਹੀ ਹੈ ਇਨਵਰਜ਼ਨ ਦਾ ਕਨਸੈਪਟ ਹੈ ਤੇ ਤੁਸੀਂ ਲਿਖਾ ਰਹੇ ਨੈਕਸਟ ਕੁਐਸਚਨ ਜੋ ਤੁਸੀਂ ਸੋਲਵ ਕਰਨਾ ਹੈ ਜੀ 15 ਨੰਬਰ ਕੁਐਸਚਨ ਚੈੱਕ ਕਰੋ ਕੁਐਸਚਨ he seldom or ever goes to meet his parents ਤਾਂ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਆ ਰਿਹਾ ਤੁਹਾਡੇ ਕੋਲੇ ਕੀ ਆ ਗਿਆ seldom ਵਾਲਾ ਫਾਰਮ ਆ ਗਿਆ seldom or ever ਸਭ ਤੋਂ ਪਹਿਲਾਂ ਚੈੱਕ ਕਰੋ ਕਿ seldom or ever ਹੀ ਹੁੰਦਾ ਤਾਂ ਤੁਹਾਨੂੰ ਕੀ ਕਰਵਾਏ ਗਏ ਸੀ ਦੋ ਫਰੇਜ਼ਸ ਆਪਾਂ ਕੀਤੇ seldom ਦੇ ਨਾਲ ਇੱਕ ਤਾਂ seldom if ever ਹੈ ਸੈਕੰਡ ਫਰੇਜ਼ ਇਜ਼ seldom ਇਹ ਜਿਹੜੀਆਂ ਦੋਵੇਂ ਫਰੇਜ਼ਸ ਤੁਸੀਂ ਧਿਆਨ 'ਚ ਰੱਖਣੀਆਂ or never ਇਹਨਾਂ ਨੂੰ ਯਾਦ ਕਰ ਲੈਣਾ ਗ੍ਰੈਮ ਕਰ ਲੈਣਾ ਕਿ ਔਰ ਵਾਲੇ ਨਾਲ ਨੈਵਰ ਯੂਜ਼ ਹੁੰਦਾ ਹੈ ਇਫ ਵਾਲੇ ਨਾਲ ਐਵਰ ਦਾ ਯੂਜ਼ ਹੁੰਦਾ ਹੈ ਤੁਹਾਡੇ ਕੋਲੇ ਸੈਲਡਮ ਔਰ ਐਵਰ ਦਾ ਯੂਜ਼ ਕੀਤਾ ਜੋ ਕਿ ਮਿਕਸ ਕਰਤਾ ਤਾਂ ਤੁਸੀਂ ਯੂਜ਼ ਕਰੋਗੇ ਹੀ ਸੈਲਡਮ ਔਰ ਨੈਵਰ ਦਾ ਜਾਂ ਫਿਰ ਤੁਸੀਂ ਔਰ ਕੱਟ ਕੇ ਇਫ ਯੂਜ਼ ਕਰ ਲਓਗੇ ਐਵਰ ਹੈ ਜਿਹੜਾ ਇਸ ਤਰੀਕੇ ਨਾਲ ਹੀ ਰੱਖ ਲਓਗੇ ਦੋਵਾਂ ਫਰੇਜ਼ਸ ਨੂੰ ਐਜ਼ ਇਟ ਇਜ਼ ਯੂਜ਼ ਕਰੋਗੇ ਜਿਵੇਂ ਸੈਲਡਮ ਇਫ ਐਵਰ ਯੂਜ਼ ਹੋਏਗੀ ਜਾਂ ਫਿਰ ਸੈਲਡਮ ਔਰ ਨੈਵਰ ਦਾ ਤੁਸੀਂ ਸੈਂਟੈਂਸ ਦੇ ਵਿੱਚ ਯੂਜ਼ ਕਰੋਗੇ ਸੋ ਇਹ ਪਾਰਟ ਸੀ ਜਿਹੜਾ ਤੁਹਾਡਾ ਇੱਥੇ ਰੌਂਗ ਸੀ ਇਹਨੂੰ ਤੁਸੀਂ ਟਿਕ ਕਰਨਾ ਹਾਂਜੀ ਅੱਗੇ ਤੁਹਾਡੇ ਕੋਲੇ ਨੈਕਸਟ ਕੁਐਸਚਨ 20 ਨੰਬਰ ਕੁਐਸਚਨ ਜੋ ਤੁਸੀਂ ਸੋਲਵ ਕਰੋਗੇ हाँ जी देखो 60 नंबर क्वेश्चन सॉरी 60 नंबर क्वेश्चन है देखो जी 60 नंबर क्वेश्चन है अगेन ਤੁਸੀਂ ਚੈੱਕ ਕਰੋਗੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ I forgot to return back the books to you ਤੇ ਕਿਹੜੇ ਪਾਰਟ ਵਿੱਚ ਐਰਰ ਹੈ ਸਭ ਤੋਂ ਪਹਿਲਾਂ ਐਰਰ ਫਾਈਂਡ ਆਊਟ ਕਰੋਗੇ ਦੈਨ ਆਪਾਂ ਉਸ ਐਰਰ ਨੂੰ ਕਰੈਕਟ ਕਰਾਂਗੇ I forgot to return back the books to you ਸਭ ਤੋਂ ਪਹਿਲਾਂ ਚੈੱਕ ਕਰੋ ਜੀ ਤੁਹਾਡੇ ਕੋਲੇ ਕੀ ਯੂਜ਼ ਕੀਤਾ ਹੋਇਆ ਵਰਡ ਰਿਟਰਨ ਯੂਜ਼ ਕੀਤਾ ਹੋਇਆ ਤੇ ਨਾਲ ਹੀ ਉਹਦੇ ਬੈਕ ਵਰਡ ਯੂਜ਼ ਕੀਤਾ ਹੋਇਆ ਰਿਟਰਨ ਬੈਕ ਦੋਨਾਂ ਦਾ ਮੀਨਿੰਗ ਸੇਮ ਹੁੰਦਾ ਸੋ ਤੁਸੀਂ ਜਾਂ ਤਾਂ ਰਿਟਰਨ ਯੂਜ਼ ਕਰੋਗੇ I forgot to return ਨਾਲ ਉਹਦੇ ਬੈਕ ਵਰਡ ਦਾ ਯੂਜ਼ ਨਹੀਂ ਹੋਏਗਾ ਰਿਟਰਨ ਵਰਡ ਹੀ ਆਪਣੇ ਕੋਲੇ ਮਤਲਬ ਕੀ ਹੁੰਦਾ ਹੈ ਕਿਸੇ ਚੀਜ਼ ਦਾ ਵਾਪਸ ਆਉਣਾ ਬੈਕ ਇਹਦਾ ਆਪਣੇ ਆਪ ਹੀ ਮੀਨਿੰਗ ਹੈ ਸੋ ਇਹਦੇ ਨਾਲ ਬੈਕ ਯੂਜ਼ ਕਰਨ ਦੀ ਲੋੜ ਨਹੀਂ ਹੈ ਬਹੁਤ ਈਜ਼ੀ ਕੁਐਸਚਨ ਸੀ 16 ਨੰਬਰ ਆਈ ਹੋਪ ਤੁਹਾਡਾ ਆਨਸਰ ਹੈ ਜਿਹੜਾ ਤੁਸੀਂ ਇਹ ਹੀ ਮਾਰਕ ਕੀਤਾ ਹੋਣਾ ਕਿ ਰਿਟਰਨ ਦੇ ਨਾਲ ਬੈਕ ਦਾ ਯੂਜ਼ ਨਹੀਂ ਹੋਏਗਾ ਬੇਸਿਕਲੀ ਆਪਾਂ ਰਿਟਰਨ ਬੈਕ ਹੀ ਕਹਿੰਦੇ ਹੁੰਦੇ ਆ ਤਾਂ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਰਿਟਰਨ ਦੇ ਨਾਲ ਬੈਕਵਰਡ ਯੂਜ਼ ਨਹੀਂ ਕੀਤਾ ਜਾਂਦਾ ਜੇ ਬੈਕ ਯੂਜ਼ ਕਰ ਰਹੇ ਹੋ ਤਾਂ ਉਹ ਸੇਮ ਚੀਜ਼ ਰਿਡੰਡੈਂਟ ਹੈ ਬੈਕ ਦਾ ਯੂਜ਼ ਨਹੀਂ ਹੋਏਗਾ ਸੁਪਰਫਲੂਅਸ ਬਣ ਜਾਂਦਾ ਨੈਕਸਟ ਦੇਖੋ ਜੀ 17 ਨੰਬਰ ਕੁਐਸਚਨ he has no time to read magazines and no desire neither ਤਾਂ ਤੁਹਾਡੇ ਕੋਲੇ ਅਗੇਨ ਚੈੱਕ ਕਰੋਗੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਹਾਂਜੀ ਤੇ ਕਿੱਥੇ ਐਰਰ ਹੈ ਐਰਰ ਹੈ ਜੀ ਤੁਹਾਡੀ ਸੀ ਪਾਰਟ ਦੇ ਵਿੱਚ ਕੀ ਐਰਰ ਹੈ he has no time to read magazines and no desire neither ਹੁਣ ਤੁਹਾਡੇ ਕੋਲ ਕੀ ਆ ਗਿਆ no desire neither ਦਾ ਯੂਜ਼ ਕੀਤਾ ਜਾ ਰਿਹਾ ਤੇ neither ਦੇ ਨਾਲ ਤੁਹਾਡੇ ਕੋਲ nor ਦਾ ਪੇਅਰ ਹੁੰਦਾ ਹੈ neither ਦੇ ਨਾਲ ਤੁਹਾਡੇ ਕੋਲ nor ਦਾ ਪੇਅਰ ਹੁੰਦਾ ਹੈ ਤੁਸੀਂ nor ਨੂੰ ਤਾਂ ਯੂਜ਼ ਕਰ ਸਕਦੇ ਹੋ ਵਿਦਆਊਟ neither ਬਟ neither nor ਤੋਂ ਬਿਨਾ ਜਿਹੜਾ ਤੁਸੀਂ ਯੂਜ਼ ਇੱਥੇ ਨਹੀਂ ਕਰ ਸਕਦੇ no ਨਾਲ neither ਨਹੀਂ ਆਏਗਾ ਹਾਂਜੀ ਤਾਂ ਸੈਕੰਡ ਚੀਜ਼ ਜਿਹੜੀ ਤੁਸੀਂ ਇੱਥੇ ਦੇਖ ਸਕਦੇ ਹੋ ਜਿਆਦਾ ਤੁਸੀਂ ਇਹ ਸੈਂਟੈਂਸ ਬਣਾ ਲਓ he has no time to read magazines and no desire nor ਜਾਂ ਫਿਰ ਇਹ ਸੈਂਟੈਂਸ ਸੇਮ ਤੁਹਾਡਾ ਯੂਜ਼ ਕੀਤਾ ਜਾ ਸਕਦਾ ਹੈ no desire neither ਦੀ ਥਾਂ ਤੇ ਤੁਸੀਂ ਯੂਜ਼ ਕਰ ਲਓਗੇ either ਦਾ ਯੂਜ਼ ਕਰੋਗੇ ਜੀ either ਦਾ ਬਿਕਾਜ਼ no ਵਰਡ ਪਹਿਲਾਂ ਆ ਹੀ ਗਿਆ ਤਾਂ ਤੁਸੀਂ no ਦੇ ਨਾਲ ਨੈਗੇਟਿਵ ਵਰਡ ਹੋਰ ਯੂਜ਼ ਨਹੀਂ ਕਰ ਰਹੇ ਤਾਂ ਤੁਸੀਂ ਯੂਜ਼ ਕਰ ਰਹੇ ਹੋ ਜੀ either ਸੋ ਤੁਸੀਂ either ਵਰਡ ਆ ਜਿਹੜਾ ਸਬਸਟੀਟਿਊਟ ਇੱਥੇ ਕਰ ਸਕਦੇ ਹੋ ਸੀ ਆਪਸ਼ਨ ਜਿਹੜਾ ਤੁਹਾਡਾ ਇੱਥੇ ਆਨਸਰ ਹੋਏਗਾ
ਨੈਕਸਟ ਹੈ ਤੁਹਾਡੇ ਕੋਲ 18 ਨੰਬਰ ਕੁਐਸਚਨ ਅਗੇਨ ਚੈੱਕ ਕਰੋਗੇ ਦੈਨ ਆ ਜਿਹੜਾ ਆਪਾਂ ਆਨਸਰ ਡਿਸਕਸ ਕਰ ਰਹੇ ਹਾਂ ਹਾਂਜੀ ਤਾਂ ਅਗੇਨ ਆਪਣਾ ਅੱਜ ਦੀ ਕਲਾਸ ਦੇ ਵਿੱਚ ਇਹ ਕੁਐਸਚਨ ਹੈ ਜਿਹੜਾ ਆਪਾਂ ਸੋਲਵ ਕਰਕੇ ਆਏ ਹਾਂ ਇਸ ਦੇ ਨਾਲ ਰਿਲੇਟਡ ਕਨਸੈਪਟ ਹੈ ਜੋ ਆਪਾਂ ਡਿਸਕਸ ਪਿੱਛੇ ਇੱਕ ਕੁਐਸਚਨ ਦੇ ਵਿੱਚ ਕੀਤਾ ਹੈ she drives fastly and she always gets into accident ਦੇਖੋ ਜੀ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਹਾਂਜੀ ਤਾਂ ਮਾਰਕ ਕਰਤਾ ਹੋਣਾ ਬੀ ਪਾਰਟ ਦੇ ਵਿੱਚ ਐਰਰ ਹੈ ਕੀ ਐਰਰ ਹੈ ਤੁਹਾਨੂੰ ਦੱਸਿਆ ਕਿ ਫਾਸਟ ਵਰਡ ਹੁੰਦਾ ਤੁਹਾਡੇ ਕੋਲੇ ਫਾਸਟਲੀ ਨਾਮ ਦਾ ਵਰਡ ਨਹੀਂ ਹੁੰਦਾ ਫਾਸਟਲੀ ਨਹੀਂ ਹੁੰਦਾ ਫਾਸਟ ਹੁੰਦਾ ਹੈ ਫਾਸਟ ਨੂੰ ਹੀ ਐਡਜੈਕਟਿਵ ਫਾਰਮ ਵੀ ਯੂਜ਼ ਕੀਤਾ ਜਾਂਦਾ ਹੈ ਤੇ ਐਡਵਰਬ ਫਾਰਮ ਦੇ ਵਿੱਚ ਵੀ ਸੋ ਫਾਸਟ ਆਏਗਾ ਫਾਸਟਲੀ ਯੂਜ਼ ਨਹੀਂ ਹੋਏਗਾ ਬੀ ਆਪਸ਼ਨ ਹੈ ਤੁਹਾਡਾ ਆਨਸਰ ਹੈ ਬੀ ਪਾਰਟ ਦੇ ਵਿੱਚ ਐਰਰ ਨੈਕਸਟ ਹੈ 23 ਨੰਬਰ ਕੁਐਸਚਨ 23 ਨੰਬਰ ਸਲਾਈਡ ਐਂਡ 19 ਨੰਬਰ ਕੁਐਸਚਨ ਸੌਰੀ 19 ਨੰਬਰ ਕੁਐਸਚਨ ਜੋ ਤੁਸੀਂ ਸੋਲਵ ਕਰੋਗੇ ਦੇਖੋ ਕਿਹੜਾ ਪਾਰਟ ਹੈ ਜਿਹੜਾ ਤੁਹਾਡਾ ਇੱਥੇ ਐਰਰ ਹੈ ਅਗੇਨ ਚਾਰ ਪਾਰਟ ਨਹੀਂ ਚੈੱਕ ਕਰੋਗੇ ਕਿਹੜੇ ਪਾਰਟ ਦੇ ਵਿੱਚ ਤੁਹਾਡੀ ਇੱਥੇ ਐਰਰ ਚੱਲ ਰਹੀ ਹੈ The loss of an honest friend is too much painful for her. ਤਾਂ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੇ ਉਸ ਐਰਰ ਨੂੰ ਤੁਸੀਂ ਡਿਟੈਕਟ ਕਰਕੇ ਐਰਰ ਨੂੰ ਕਰੈਕਟ ਹੈ ਜਿਹੜਾ ਉਹ ਕਰਨਾ ਦੇਖੋ ਜੀ ਤਾਂ ਹੁਣ ਸੇਮ ਕਨਸੈਪਟ ਆਪਾਂ ਕਰਕੇ ਆਏ ਆ ਟੂ ਮਚ ਦਾ ਯੂਜ਼ ਤੇ ਮਚ ਟੂ ਦਾ ਯੂਜ਼ ਟੂ ਮਚ ਐਂਡ ਮਚ ਟੂ ਦਾ ਯੂਜ਼ ਟੂ ਮਚ ਹੈ ਤਾਂ ਤੁਹਾਡੇ ਕੋਲੇ ਕੀ ਆਏਗਾ ਮਚ ਟੂ ਹੈ ਤਾਂ ਤੁਹਾਡੇ ਕੋਲੇ ਕੀ ਆਏਗਾ ਜਿੱਥੇ ਮਚ ਟੂ ਯੂਜ਼ ਹੋ ਗਿਆ ਤਾਂ ਤੁਹਾਨੂੰ ਦੱਸਿਆ ਗਿਆ ਕਿ ਅਨਪਲੀਜ਼ੈਂਟ ਸਿਚੁਏਸ਼ਨ ਆਉਂਦੀ ਹੁੰਦੀ ਹੈ ਜੇ ਤੁਹਾਡੇ ਕੋਲ ਟੂ ਮਚ ਫਰੇਜ਼ ਯੂਜ਼ ਹੋ ਰਹੀ ਹੈ ਤਾਂ ਤੁਸੀਂ ਯੂਜ਼ ਕਰ ਦਿੰਦੇ ਹੋ ਇਸ ਤੋਂ ਬਾਅਦ ਨਾਉਨ ਤੋਂ ਹੁਣ ਇੱਥੇ ਚੈੱਕ ਕਰੋ ਟੂ ਮਚ ਯੂਜ਼ ਕੀਤਾ ਉਸ ਤੋਂ ਬਾਅਦ ਕੀ ਆ ਗਿਆ ਤੁਹਾਡੇ ਕੋਲ ਪੇਨਫੁਲ ਇੱਕ ਨਾਉਨ ਤਾਂ ਨਹੀਂ ਹੈ ਪੇਨਫੁਲ ਇੱਕ ਤੁਸੀਂ ਐਡਜੈਕਟਿਵ ਫਾਰਮ ਕਹਿ ਸਕਦੇ ਹੋ ਜਾਂ ਤੁਹਾਡੇ ਕੋਲ ਇੱਕ ਅਨਪਲੀਜ਼ੈਂਟ ਸਿਚੁਏਸ਼ਨ ਸ਼ੋ ਕਰ ਰਹੀ ਹੈ ਸੋ ਟੂ ਮਚ ਫਰੇਜ਼ ਨਹੀਂ ਹੈਗੀ ਯੂਜ਼ ਹੋ ਗਈ ਇੱਥੇ ਮਚ ਟੂ ਫਰੇਜ਼ ਮਚ ਟੂ ਪੇਨਫੁਲ ਹੈ ਜਿਹੜਾ ਤੁਸੀਂ ਇੱਥੇ ਯੂਜ਼ ਕਰੋਗੇ ਬੀ ਪਾਰਟ ਦੇ ਵਿੱਚ ਐਰਰ ਸੀ ਆਈ ਹੋਪ ਤੁਹਾਡਾ ਆਨਸਰ ਹੈ ਜਿਹੜਾ ਤੁਸੀਂ ਬੀ ਟਿਕ ਕੀਤਾ ਹੋਣਾ ਹੈ ਅੱਗੇ ਤੁਹਾਡੇ ਕੋਲ 20 ਨੰਬਰ ਕੁਐਸਚਨ ਜੋ ਤੁਸੀਂ ਸੋਲਵ ਕਰਨਾ ਹੈ ਕਨਸੈਪਟ ਆਪਾਂ ਪਿੱਛੇ ਡਿਸਕਸ ਕਰ ਹੀ ਚੁੱਕੇ ਹਾਂ ਜਦੋਂ ਆਪਾਂ ਸਕੇਸਲੀ ਵਾਲਾ ਕੁਐਸਚਨ ਇੱਥੇ ਸੋਲਵ ਕੀਤਾ ਸੀ ਤਾਂ ਇਹਨੂੰ ਸੋਲਵ ਕਰੋ ਦੇਖੋ ਜੀ नो सूनर बेयरली स्केयरसली हार्डली ਇਹ ਵਾਲੇ ਸੇਮ ਕਨਸੈਪਟ ਤੁਹਾਡੇ ਕੰਜੰਕਸ਼ਨ ਦੇ ਵਿੱਚ ਜਾ ਕੇ ਰਿਪੀਟ ਹੋਣਗੇ ਕਿਉਂਕਿ ਇਹੀ ਟੌਪਿਕ ਹੈ ਜਿਹੜਾ ਆਪਾਂ ਕੰਜੰਕਸ਼ਨ ਦੇ ਵਿੱਚ ਵੀ ਡਿਸਕਸ ਕਰਾਂਗੇ ਤਾਂ ਹੁਣ ਇਹ ਕਨਸੈਪਟ ਤੁਹਾਡਾ ਜਿਹੜਾ ਹੈ ਉਹ ਪੂਰਾ ਚੰਗੇ ਤਰੀਕੇ ਨਾਲ ਕਲੀਅਰ ਹੋ ਜਾਣਾ ਚਾਹੀਦਾ ਬਿਕਾਜ਼ ਇਹ ਦੋ ਪਾਰਟ ਦੇ ਵਿੱਚ ਡਿਵਾਈਡ ਕੀਤਾ ਜਾ ਰਿਹਾ ਹੈ ਇੱਕ ਆਪਾਂ ਇਹਨਾਂ ਨੂੰ ਡਿਸਕਸ ਕਰ ਰਹੇ ਹਾਂ ਅੱਜ ਐਡਵਰਬ ਕਲਾਸ ਦੇ ਵਿੱਚ ਸੈਕਿੰਡ ਆਪਾਂ ਡਿਸਕਸ ਕਰਾਂਗੇ ਜਦੋਂ ਆਪਾਂ ਕੰਜੰਕਸ਼ਨ ਨਾਲ ਰਿਲੇਟਡ ਟੌਪਿਕ ਹੈ ਜਿਹੜੇ ਡਿਸਕਸ ਕੀਤੇ ਦੇਖੋ ਜੀ ਹੁਣ ਇੱਥੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਨੋ ਸੂਨਰ ਨਾਲ ਸੈਂਟੈਂਸ ਸਟਾਰਟ ਹੋ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਨੋ ਸੂਨਰ ਦਾ ਪੇਅਰ ਚੈੱਕ ਕਰੋਗੇ ਨੋ ਸੂਨਰ ਦੇ ਨਾਲ ਕਿਹੜਾ ਪੇਅਰ ਹੁੰਦਾ ਹੈ ਦੈਨ ਦਾ ਪੇਅਰ ਹੁੰਦਾ ਹੈ ਦੇਖੋ ਦੈਨ ਯੂਜ਼ ਕੀਤਾ ਜਾ ਰਿਹਾ ਹੈ he had finished his morning bath then it began to rain ਹਾਂਜੀ then ਦਾ ਹੀ ਯੂਜ਼ ਕੀਤਾ ਇਟ ਮੀਨਸ ਪੇਅਰ ਸਹੀ ਯੂਜ਼ ਕੀਤਾ ਹੋਇਆ ਤਾਂ then ਤੁਸੀਂ ਚੈੱਕ ਕਰੋਗੇ ਕਿ ਨੋ ਸੂਨਰ ਸੈਂਟੈਂਸ ਦੇ ਵਿੱਚ ਸਬਜੈਕਟ ਤੋਂ ਪਹਿਲਾਂ ਯੂਜ਼ ਕੀਤਾ ਜਾ ਰਿਹਾ ਹੈ ਤੇ ਸੈਂਟੈਂਸ ਸਟਾਰਟ ਹੈ ਜਿਹੜਾ ਨੋ ਸੂਨਰ ਨਾਲ ਹੋ ਰਿਹਾ ਹੈ verb ਨਾਲ ਹੋ ਰਿਹਾ ਹੈ ਤੇ ਕੀ ਅਪਲਾਈ ਹੋਏਗੀ ਇਨਵਰਜਨ ਤੁਸੀਂ ਅਪਲਾਈ ਕਰੋਗੇ ਇੱਥੇ ਇਨਵਰਜਨ ਅਪਲਾਈ ਹੋਏਗੀ ਦੇਖੋ ਸਬਜੈਕਟ ਹੈਲਪਿੰਗ ਵਰਬ ਮੇਨ ਵਰਬ ਇਨਵਰਜਨ ਦੇ ਵਿੱਚ ਹੈਲਪਿੰਗ ਵਰਬ ਬਿਫੋਰ ਸਬਜੈਕਟ ਯੂਜ਼ ਹੁੰਦੀ ਹੈ ਤੁਸੀਂ ਯੂਜ਼ ਕਰੋਗੇ had he finished here ਦਾ ਯੂਜ਼ ਹੋਏਗਾ he had finished ਹੈ ਜਿਹੜਾ ਤੁਹਾਡੇ ਕੋਲੇ wrong use ਕੀਤਾ ਹੋਇਆ I hope concept clear ਹੈ ਅੱਗੇ ਦੇਖੋ 21 ਨੰਬਰ ਕੁਐਸਚਨ ਅਗੇਨ concept ਤੁਹਾਡਾ ਸੇਮ ਜੋ ਆਪਾਂ ਪਿਛਲੇ ਕਲਾਸ ਡਿਸਕਸ ਕੀਤਾ ਹੈ hardly I had arrived when the train left तो देखो ਕਿਹੜੇ ਪਾਰਟ ਦੇ ਵਿੱਚ ਐਰਰ ਹੈ error is in A portion A part ਹੈ ਜਿਹੜਾ ਤੁਹਾਡਾ wrong use ਕੀਤਾ ਹੋਇਆ ਸਭ ਤੋਂ ਪਹਿਲਾਂ ਚੈੱਕ ਕਰੋਗੇ hardly ਦੇ ਨਾਲ pair hardly pair ਹੁੰਦਾ ਹੈ ਪੈਨ ਦੇ ਨਾਲ ਤਾਂ ਪੈਨ ਯੂਜ਼ ਕੀਤਾ ਜਾ ਰਿਹਾ ਸਹੀ ਹੈ ਇਟ ਮੀਨਸ ਤੁਹਾਡੇ ਕੋਲ ਚੈੱਕ ਤੁਸੀਂ ਸੈਕਿੰਡ ਚੀਜ਼ ਜਿਹੜੀ ਕਰਨੀ ਹੈ ਉਹ ਹੈ ਇਨਵਰਜਨ ਬਿਕਾਜ਼ hardly ਨਾਲ ਸੈਂਟੈਂਸ ਸਟਾਰਟ ਹੋਇਆ verb ਨਾਲ ਸੈਂਟੈਂਸ ਸਟਾਰਟ ਹੋ ਰਿਹਾ ਤਾਂ ਤੁਹਾਡੇ ਕੋਲ ਇਨਵਰਜਨ ਆ ਜਾਂਦੀ ਹੈ hardly I had I subject ਹੈ had me ਆਪਣੇ ਕੋਲ helping verb ਹੈ main verb ਤੁਹਾਡੀ arrived ਹੈ helping verb before subject use ਹੋਏਗੀ had I ਦਾ use ਹੋਏਗਾ ਤੁਸੀਂ use ਕਰੋਗੇ hardly had I a phrase ਦੇ ਵਿੱਚ and arrived when the train left sentence ਤੁਹਾਡਾ as it is use ਹੋਏਗਾ so hardly had I ਦਾ use ਹੋਣਾ ਚਾਹੀਦਾ ਸੀ a portion ਦੇ ਵਿੱਚ ਤੁਹਾਡੀ error ਸੀ so last question ਹੈ ਜੀ ਆਪਣੀ ਅੱਜ ਦੀ ਕਲਾਸ ਦਾ ਡਿਸਕਸ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਵੀ ਕੀ ਇਹਦੇ ਵਿੱਚ error ਹੈ ਕਿਹੜੇ ਪਾਰਟ ਦੇ ਵਿੱਚ error ਹੈ ਚੈੱਕ ਕਰੋ I can wear anything else than the red dress ਸਭ ਤੋਂ ਪਹਿਲਾਂ ਚੈੱਕ ਕਰੋ ਜੀ ਕਿਹੜਾ ਵਰਡ ਹੈ ਜਿਹੜਾ ਤੁਹਾਡੇ ਕੋਲ ਇੱਥੇ ਸੈਂਟੈਂਸ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ I can wear anything else than the red dress ਤਾਂ ਹੁਣ ਚੈੱਕ ਕਰੋ else word ਆਪਾਂ ਪਿੱਛੇ ਜਿਹੜੀ ਆਪਣੀ ਲਾਸਟ ਕਲਾਸ ਹੋਈ ਹੈ ਐਡਵਰਬ ਦੀ ਉੱਥੇ ਆਪਾਂ ਡਿਸਕਸ ਕੀਤਾ ਸੀ ਕਿ ਜਿੱਥੇ ਵੀ ਤੁਹਾਡੇ ਕੋਲੇ else word ਆ ਗਿਆ ਤੇ else ਦਾ ਪੇਅਰ ਕੀ ਹੁੰਦਾ ਤੁਹਾਡੇ ਕੋਲੇ but ਦੇ ਨਾਲ ਹੁੰਦਾ else but ਦੇ ਨਾਲ ਪੇਅਰ ਲੈ ਕੇ ਚੱਲਦਾ ਹੁੰਦਾ ਤੇ ਹੋਰ ਕੋਈ ਵਰਡ ਜਿਹੜਾ ਉਹਦੇ ਨਾਲ ਪੇਅਰ ਨਹੀਂ ਬਣਾਉਂਦਾ ਤੇ ਇੱਥੇ ਬਣਾਇਆ ਜਾ ਰਿਹਾ then ਦੇ ਨਾਲ ਜੋ ਕਿ wrong ਹੈ then ਦਾ use ਇੱਥੇ ਨਹੀਂ ਹੋਣਾ ਚਾਹੀਦਾ ਸੀ ਤੁਸੀਂ use ਕਰੋਗੇ but ਦਾ
बट सही है। दैन है जिहड़ा रॉन्ग है, आई कैन वियर एनीथिंग एल्स बट द रेड ड्रेस। सो सी पार्ट है जिहड़ा तुहाडा एरर होएगा, बी नूं तुसीं टिक नहीं करोगे, एल्स सही है, दैन दा रॉन्ग यूज़ कीता होया है। एल्स दे नाल बट यूज़ होंदा है, तो सी पार्ट है जिहड़ा तुहाडा इत्थे एरर होएगा। आई होप तुहानूं जिहड़े 22 क्वेश्चन आपां सॉल्व कीते है, किसी क्वेश्चन दे विच कोई डाउट नहीं रिहा होना, बिकॉज़ तुहाडे कंसैप्ट है जिहड़े आपां पिछे जिहड़ियां एडवर्ब ਦੀਆਂ 3 क्लासेस कीतियां उहनां दे विच डिस्कस कीते है। ਅੱਜ ਇਹ ਤੁਹਾਡੀ ਐਡਵਰਬ ਦੀ ਪ੍ਰੈਕਟਿਸ ਕਲਾਸ ਸੀ। ਪ੍ਰੈਕਟਿਸ ਕਲਾਸ ਦੇ ਵਿੱਚ ਤੁਸੀਂ ਕੁਐਸਚਨ ਸੋਲਵ ਕਰਨੇ ਹੁੰਦੇ ਆ ਤੇ ਚੈੱਕ ਕਰਨਾ ਹੁੰਦਾ ਹੈ ਕਿ ਤੁਹਾਡਾ ਲੈਵਲ ਹੈ ਜਿਹੜਾ ਤੁਸੀਂ ਕਿੱਥੇ ਪਹੁੰਚ ਗਏ, ਕਲਾਸਿਸ ਦਾ ਤੁਹਾਨੂੰ ਕਿੰਨਾ ਕੁ ਬੈਨੀਫਿਟ ਹੈ ਜਿਹੜਾ ਉਹ ਹੋਇਆ। ਆਈ ਹੋਪ ਤੁਹਾਡੇ ਸਾਰੇ ਕੁਐਸਚਨ ਸੋਲਵ ਹੋਏ ਹੋਣਗੇ। ਜੇ ਕਿਸੇ ਸਟੂਡੈਂਟ ਨੂੰ ਕੁਐਸਚਨ ਸੋਲਵ ਕਰਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਐਡਵਰਬ ਦੇ ਕਨਸੈਪਟ ਕਲੀਅਰ ਕਰੋ, ਦੈਨ ਹੈ ਜਿਹੜਾ ਤੁਸੀਂ ਪ੍ਰੈਕਟਿਸ ਕਲਾਸ ਨੂੰ ਹੈ ਜਿਹੜਾ ਅਗੇਨ ਹੈ ਜਿਹੜਾ ਅਟੈਂਡ ਕਰੋ, ਤਾਂ ਜੋ ਤੁਹਾਡੇ ਕੁਐਸਚਨ ਹੈ ਜਿਹੜੇ ਉਹ ਕਲੀਅਰ ਹੋਣ, ਪਲੱਸ ਕਨਸੈਪਟ ਹੈ ਜਿਹੜੇ ਤੁਹਾਨੂੰ ਕੁਐਸਚਨ ਦੇ ਵਿੱਚ ਅਪਲਾਈ ਕਰਨੇ ਆ ਜਾਣ। ਉਹੀ ਸੇਮ ਟਾਈਪ ਦੇ ਕੁਐਸਚਨ ਹੈ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ। ਤਾਂ ਇਹਦੇ ਨਾਲ ਹੀ ਜਿਹੜਾ ਆਪਾਂ ਅੱਜ ਦਾ ਸੈਸ਼ਨ ਕਰਦੇ ਹਾਂ ਜੀ ਓਵਰ। ਮਿਲਾਂਗੇ ਨੈਕਸਟ ਸੈਸ਼ਨ ਦੇ ਵਿੱਚ ਵਿਦ ਨਿਊ ਟੌਪਿਕ। ਦੇਖਦੇ ਹਾਂ ਆਪਣਾ ਟੌਪਿਕ, ਆਈ ਥਿੰਕ ਆਪਣਾ ਆਰਟੀਕਲ ਦਾ ਟੌਪਿਕ ਹੈ ਜਿਹੜਾ ਆਪਾਂ ਨੈਕਸਟ ਕਲਾਸ ਦੇ ਵਿੱਚ ਸਟਾਰਟ ਕਰਾਂਗੇ, ਬਿਕੋਜ਼ ਆਰਟੀਕਲ ਦੇ ਵਿੱਚੋਂ ਵੀ ਮੋਸਟ ਪ੍ਰੋਬੇਬਲੀ 1 to 2 ਕੁਐਸਚਨ ਹੈ ਜਿਹੜੇ ਤੁਹਾਡੇ ਸਟੂਡੈਂਟ ਆਪਣੇ ਕਿਸੇ ਵੀ ਪੇਪਰ ਦੇ ਵਿੱਚ ਪੁੱਛੇ ਜਾ ਰਹੇ ਹੁੰਦੇ ਆ। ਤਾਂ ਮੋਸਟ ਇੰਪੋਰਟੈਂਟ ਟੌਪਿਕ ਹੈ ਆਰਟੀਕਲਸ ਦਾ, ਦੇਖਾਂਗੇ ਨੈਕਸਟ ਕਲਾਸ ਦੇ ਵਿੱਚ। ਅੱਜ ਦੀ ਕਲਾਸ ਤੁਹਾਡੀ ਇੱਥੇ ਹੀ ਆਪਾਂ ਓਵਰ ਕਰਦੇ ਹਾਂ। ਜੋ ਸਟੂਡੈਂਟਸ ਆਪਣੇ ਚੈਨਲ ਦੇ ਉੱਤੇ ਨਿਊ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਇਸ ਤਰੀਕੇ ਨਾਲ ਤੁਹਾਨੂੰ ਸਾਰਾ ਜਿਹੜਾ ਮਟੀਰੀਅਲ ਫ੍ਰੀ ਆਫ ਕਾਸਟ ਹੈ ਜਿਹੜਾ ਚੈਨਲ ਦੇ ਉੱਤੇ ਪ੍ਰੋਵਾਈਡ ਕਰਾਇਆ ਜਾਏਗਾ, ਸੋ ਦੈਟ ਤੁਸੀਂ ਆਪਣੇ ਪੇਪਰਸ ਦੀ ਜਿਹੜੀ ਤਿਆਰੀ ਹੈ